ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ, ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਏ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰਮੂਰਤਿ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਮੂਹ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰਉ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮ, ਪਰਮ ਪਰਾਵਰ ਨਾਥ। ਜੁਗਲ ਚਰਨ ਮਮ ਬੰਧਨਾ, ਧਾਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧੁ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਣਾ ਤੇ ਵਡਿਆਗੀ, ਪਾਵਹਿ ਗਤ ਬਿਸ਼ਰਾਮ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਬਾਣੀ ਤਾ ਗਾਵਹੁ ਗੁਰੂ ਕੇਰੀ, ਬਾਣੀਆ ਸਿਰ ਬਾਣੀ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਬਾਣੀ ਤਾ ਗਾਵਹੁ ਗੁਰੂ ਕੇਰੀ, ਬਾਣੀਆ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਹੁ ਅੰਮ੍ਰਿਤ ਸਦਾ ਰਹੋ ਭਰ ਰੰਗ, ਜਪਿਓ ਸਾਰਿਗ ਪਾਣੀ। ਕਹੈ ਨਾਨਕ ਸਦਾ ਗਾਵਹੁ, ਇਹ ਸੱਚੀ ਬਾਣੀ। ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿਗ ਪਾਣੀ। ਕਹੈ ਨਾਨਕ ਸਦਾ ਗਾਵਹੁ, ਇਹ ਸੱਚੀ ਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਰਨਾ ਨਿਧਾਨ, ਦੀਨਾ ਬੰਧੂ ਪਤਿਤ ਪਾਵਨ, ਜਗਤ ਗੁਰੂ ਨਿਰੰਜਨੀ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ, ਪ੍ਰਬੰਧਕਾਂ ਦੇ ਸ੍ਰੇਸ਼ਟ ਉਦਮ ਦੁਆਰਾ ਆਪ ਸਾਰੀਆਂ ਸੰਗਤਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹਾਜ਼ਰੀ ਭਰਦੇ ਹੋਏ ਬੜੇ ਪਿਆਰ ਔਰ ਸਤਿਕਾਰ ਦੇ ਨਾਲ ਚੱਲ ਰਹੀ ਅਸਥਾਨ ਦੀ ਮਰਿਆਦਾ ਦੇ ਮੁਤਾਬਕ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੇ ਪ੍ਰਕਾਸ਼ ਹੋਏ। ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹਰਜਸ ਔਰ ਚੱਲ ਰਹੀ ਜੋ ਲੜੀਵਾਰ ਕਥਾ ਹੈ, ਸਰਵਣ ਕਰਨ ਵਾਸਤੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। 920 ਕੀ ਅੰਗ ਤੇ ਇਹ ਕਥਾ ਪਹੁੰਚੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਸ਼੍ਰੀ ਆਨੰਦ ਸਾਹਿਬ। ਇਸ ਬਾਣੀ ਵਿੱਚੋਂ ਜੋ ਮਹਾਰਾਜ ਨੇ ਬਖਸ਼ਾਂ ਕੀਤੀਆਂ ਹਨ, 40 ਪੌੜੀਆਂ ਹਨ। ਹਰ ਪੌੜੀ ਦੇ ਵਿੱਚ ਗੁਰੂ ਮਹਾਰਾਜ ਨੇ ਇੱਕ ਵਿਸ਼ਾ ਲੈ ਲਿਆ, ਉਹਦੇ ਉੱਤੇ ਬੜੀ ਸੁੰਦਰ ਵਿਆਖਿਆ ਕੀਤੀ ਹੈ। ਅੱਜ ਦੀ ਜੋ ਪੌੜੀ ਹੈ, ਇਹਦੇ ਵਿੱਚ ਗੁਰਬਾਣੀ ਪੜ੍ਹਨ ਸੁਣਨ ਦਾ, ਗਾਉਣ ਦਾ ਮਹਾਤਮ ਔਰ ਪ੍ਰੇਰਨਾ ਦੇ ਰਹੇ ਹਨ, ਕਿਉਂਕਿ ਸੰਸਾਰ ਦੇ ਉੱਤੇ ਬੜੇ ਧਾਰਮਿਕ ਗ੍ਰੰਥ ਹਨ ਔਰ ਜੋ ਇਸ ਦੇਸ਼ ਵਿੱਚ ਪੁਰਾਤਨ ਗ੍ਰੰਥ ਹੈ, ਉਹਨਾਂ ਨੂੰ ਵੇਦ ਮੰਨਿਆ ਜਾਂਦਾ ਹੈ। 4 ਵੇਦ, ਰਿਗ, ਯਜੁਰ, ਸਾਮ ਤੇ ਅਥਰਵ। 6 ਸ਼ਾਸਤਰ ਹੈ ਤੇ 27 ਸਿਮਰਤੀਆਂ, 18 ਪੁਰਾਣ ਹੈ। ਪੁਰਾਣ ਹੁੰਦੇ ਵਿੱਚ ਪੁਰਾਣੀਆਂ ਗੱਲਾਂ, ਕੋਈ ਇਤਿਹਾਸ ਵਗੈਰਾ ਲਿਖੇ ਹੋਏ ਹੋਣ, ਕੁਝ ਮੌਕੇ ਦੇ ਅਵਤਾਰਾਂ ਦੀਆਂ, ਜਾਂ ਜਿਹੜਾ ਕੋਈ ਮੁੱਖ ਕਿਸੇ ਦਾ ਆਰਾਧ ਦੇਵਤਾ ਹੈ ਉਹਦੇ ਉੱਪਰ, ਔਰ ਕੁਝ ਰਾਜਿਆਂ ਦੇ ਪ੍ਰਸੰਗ ਵੀ ਵਿੱਚ ਹੈਗੇ। ਜੇ ਉਹਨਾਂ 'ਚ ਕੋਈ ਕਮੀ ਪੇਸ਼ੀ ਹੈ ਤੇ ਫਿਰ ਉਹ ਸਿਮਰਤੀਆਂ ਵਗੈਰਾ ਹੈ ਕਿ ਉਹਦੇ ਨਾਲ ਉਹਦਾ ਕੋਈ ਨੁਕਤਾ ਗਲਤ ਹੈ ਤੇ ਸੁਧਾਈ ਕੀਤੀ ਜਾਏ। ਜੇ ਸਿਮਰਤੀਆਂ 'ਚ ਕੋਈ ਸ਼ੰਕੇਵਾਦੀ ਵਾਲੀ ਗੱਲ ਹੈ, ਫਿਰ ਸ਼ਾਸਤਰਾਂ ਦੁਆਰਾ ਇਹਨਾਂ ਦਾ ਖਿਆਲ ਹੈ। ਅਤੇ ਜੇ ਸ਼ਾਸਤਰਾਂ 'ਚ ਕੋਈ ਸ਼ੱਕ ਦਾ ਭਾਸ ਹੈ, ਫਿਰ ਵੇਦਾਂ ਨੂੰ ਮੁੱਖ ਮੰਨਦੇ ਆ। ਵੇਦ ਬਾਣੀ ਹੈ। ਇਸ ਤਰ੍ਹਾਂ ਈਸਾਈ ਉਹ ਬਾਈਬਲ ਨੂੰ ਮੰਨਦੇ ਆ, ਮੁਸਲਮਾਨ ਲੋਕ ਉਹ ਕੁਰਾਨ ਨੂੰ ਆਪਣਾ ਪ੍ਰਧਾਨ ਗ੍ਰੰਥ ਮੰਨਦੇ ਆ। ਜੈਨੀ ਬੋਧੀਆਂ ਦੇ ਆਪੋ ਆਪਣੇ ਆ, ਹੋਰ ਵੀ ਮਤ ਮਤਾਂਤਰ ਬਹੁਤ ਆ ਕਿ ਜਿਨ੍ਹਾਂ ਨੇ ਆਪੋ ਆਪਣੇ ਪੁਸਤਕ ਜਾਂ ਗ੍ਰੰਥ ਵਗੈਰਾ ਬਣਾਏ ਹੋਏ ਆ। ਉਹਨਾਂ 'ਚ ਵੀ ਚੰਗੀ ਸਿੱਖਿਆ ਮਿਲਦੀ ਹੈ। ਬਾਕੀ ਹੋਰ ਆ ਦੁਨਿਆਵੀ ਕਿਤਾਬਾਂ, ਬਹੁਤ ਲਿਟਰੇਚਰ ਹੈਗੇ ਆ, ਉਹਨਾਂ ਦੇ ਪੜ੍ਹਨ ਸੁਣਨ ਨਾਲ ਐਸੇ ਵੀ ਪੁਸਤਕ ਆ
ਜਿਨ੍ਹਾਂ ਦੇ ਪੜ੍ਹਨ ਔਰ ਸੁਣਨ ਵਿਚਾਰਨ ਨਾਲ ਮਨ ਦੇ ਅੰਦਰ ਗਲਤ ਭਾਵ ਵੀ ਪੈਦਾ ਹੁੰਦੇ ਆ। ਮਨ ਦੇ ਅੰਦਰ ਚੰਚਲਤਾ, ਬਕਾਰ, ਦੋਸ਼ ਪੈਦਾ ਹੋ ਜਾਂਦੇ ਹਨ। ਇਸ ਵਾਸਤੇ ਮਹਾਰਾਜ ਨੇ ਗੁਰਮੁਖਾਂ ਨੂੰ ਇਹ ਪ੍ਰੇਰਨਾ ਦਿੱਤੀ ਹੈ ਕਿ ਕੋਈ ਨਾ ਕੋਈ ਇਨਸਾਨ ਪੁਸਤਕ ਪੜ੍ਹੇਗਾ, ਜਿੱਥੇ ਜਿੱਥੇ ਜਿਸ ਤਰ੍ਹਾਂ ਦਾ ਕਿਸੇ ਦਾ ਭਾਵ ਹੈ, ਰੁਚੀ ਹੈ। ਅਤੇ ਮਹਾਰਾਜ ਕਹਿੰਦੇ ਵੀ ਜੇ ਪੜ੍ਹਨ ਸੁਣਨ ਦੇ ਨਾਲ ਮਨ ਵਿੱਚ ਦੋਸ਼ ਪੈਦਾ ਹੁੰਦੇ ਆ, ਇਹ ਉਹਨਾਂ ਪੁਸਤਕਾਂ ਦਾ ਜਿਹੜਾ ਪੜ੍ਹਨਾ ਵਿਚਾਰਨਾ ਉਹ ਨੁਕਸਾਨਦਾਈ ਹੈ, ਜਿਹੜਾ ਗੰਦਾ ਲਿਟਰੇਚਰ ਹੈ। ਇਸ ਵਾਸਤੇ ਮਹਾਰਾਜ ਨੇ ਗੁਰਸਿੱਖਾਂ ਨੂੰ ਉਹਨਾਂ ਪੁਸਤਕਾਂ ਦੇ ਪੜ੍ਹਨ ਤੋਂ ਵਿਵਰਜਿਤ ਕੀਤਾ, ਜਿਨ੍ਹਾਂ ਦੇ ਪੜ੍ਹਨ ਦੇ ਨਾਲ ਮਨ ਵਿੱਚ ਚੰਚਲਤਾ ਵਾਲਾ ਭਾਵ ਜਾਂ ਵਕਾਰ ਦ੍ਰਿਸ਼ਟੀ ਪੈਦਾ ਹੁੰਦੀ ਹੈ। ਉਸ ਦੇਖਣ ਨੂੰ, ਉਹ ਗੱਲਾਂ ਸੁਣਨੀਆਂ, ਉਹਨਾਂ ਸੁਸਾਇਟੀਆਂ ਵਿੱਚ ਚੱਲ ਕੇ ਜਾਣਾ, ਇਹਦੇ ਤੋਂ ਵੀ ਵਿਵਰਜਿਤ ਕੀਤਾ ਹੈ। ਗੁਰੂ ਕੀ ਸੰਗਤ ਵਿੱਚ ਜਾਣ ਦੀ ਹਰ ਥਾਂ ਪ੍ਰੇਰਨਾ, ਬਾਣੀ ਨਾਮ ਜਪਣ ਵਾਸਤੇ ਵੀ ਬਹੁਤ ਮਹਾਰਾਜ ਨੇ ਪ੍ਰੇਰਨਾ ਦਿੱਤੀ ਹੈ। ਕਿਉਂ ਜਿੱਥੇ ਜਾ ਕੇ ਮਨ ਸ਼ੁੱਧ ਹੁੰਦਾ ਹੈ, ਪਵਿੱਤਰ ਹੁੰਦਾ ਹੈ, ਚੰਚਲਤਾ ਦੂਰ ਹੁੰਦੀ ਹੈ, ਵਿਕਾਰਾਂ ਵੱਲੋਂ ਮਨ ਰੋਕ ਕੇ ਔਰ ਸਦਾਚਾਰੀ ਗੁਰਮੁਖ ਪਵਿੱਤਰ ਜੀਵਨ ਵਾਲਾ ਬਣਦਾ ਹੈ। ਉਹਨਾਂ ਗ੍ਰੰਥਾਂ ਨੂੰ ਪੜ੍ਹਨ ਦੀ ਸਿਕਸ਼ਾ ਹੈ। ਅਤੇ ਗੁਰੂ ਘਰ ਦੇ ਵਿੱਚ ਵੀ ਬੇਅੰਤ ਐਸੇ ਗ੍ਰੰਥ ਹੈ, ਇਤਿਹਾਸ ਵਗੈਰਾ ਵੀ ਹੈ, ਅਤੇ ਜਨਮ ਸਾਖੀਆਂ, ਵਿਜੇ ਮੁਕਤ ਹੈ, 100 ਸਾਖੀ ਹੈ, ਸੂਰਜ ਪ੍ਰਕਾਸ਼, ਔਰ ਇਸ ਤਰ੍ਹਾਂ ਪੰਥ ਪ੍ਰਕਾਸ਼ ਵੀ ਹੈ, ਗੁਰਪੁਰਬ ਪ੍ਰਕਾਸ਼ ਹੈ, ਔਰ ਇਸੇ ਤਰ੍ਹਾਂ ਫਿਰ ਰਹਿਤਨਾਮੇ ਵਗੈਰਾ ਵੀ ਹੈ। ਭਾਈ ਗੁਰਦਾਸ ਦੀਆਂ 12 ਕਵਿਤ ਸੋਈਏ, ਮਹਿਮਾ ਪ੍ਰਕਾਸ਼ ਹੈ, ਸੇਵਾਦਾਸ ਦੀਆਂ ਪਰਚੀਆਂ ਵਗੈਰਾ ਵੀ ਹੈ, ਔਰ ਇਸੇ ਤਰ੍ਹਾਂ ਫਿਰ ਕਵਿਤ ਸੋਈਏ ਹੈ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਵੀ ਹੈਗੀਆਂ। ਇਤਿਹਾਸ ਪੜ੍ਹਦੇ ਹਾਂ, ਸੁਣਦੇ, ਵਿਚਾਰਦੇ ਹਾਂ। ਜਿਹੜਾ ਗੁਰਬਾਣੀ ਦੀ ਕਸਵੱਟੀ 'ਤੇ ਪੂਰਾ, ਉਹ ਫਿਰ ਮੰਨਣਯੋਗ ਹੁੰਦਾ ਹੈ। ਜੇ ਕੋਈ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਹੈ, ਉਹ ਮੰਨਣਯੋਗ ਨਹੀਂ। ਕਿਉਂਕਿ ਬਾਣੀ ਜਿਹੜੀ ਹੈ ਇਹ ਪੂਰੀ ਕਸਵੱਟੀ 'ਤੇ ਉਤਰੀ ਹੋਈ ਹੈ। ਕਿਉਂਕਿ ਇਹ ਬਾਣੀ ਨਿਰੰਕਾਰ ਪਰਮੇਸ਼ਰ ਦੀ ਬਾਣੀ ਹੈ। ਇਸ ਕਰਕੇ ਪੂਰਨ ਪੁਰਖਾਂ ਦੀ ਬਾਣੀ ਹੈ, ਇਹਦੇ ਵਿੱਚ ਕੋਈ ਅਧੂਰਾਪਨ ਨਹੀਂ। ਬਾਕੀ ਕਵੀ ਲੋਕ ਜਾਂ ਵਿਦਵਾਨ ਲੋਕ ਆ, ਜਿੰਨੀ ਸੋਝੀ ਹੈ ਉਹਦੇ ਮੁਤਾਬਕ ਉਹ ਫਿਰ ਲਿਖਦੇ ਆ। ਕਈ ਵਾਰੀ ਆਪਣੇ ਵੱਲੋਂ ਕੋਈ ਦ੍ਰਿਸ਼ਟਾਂਤ, ਪ੍ਰਮਾਣ, ਕਿ ਮੈਂ ਆਪਣੇ ਪ੍ਰਸੰਗ ਨੂੰ ਸੋਹਣਾ ਬਣਾਵਾਂ, ਕੋਈ ਇੱਧਰੋਂ ਉੱਧਰੋਂ ਵੀ ਜੋੜ ਲੈਂਦੇ ਆ। ਉਹ ਪ੍ਰਸੰਗ ਕਈ ਵਾਰੀ ਬਾਣੀ ਦੀ ਕਸਵੱਟੀ 'ਤੇ ਪੂਰੇ ਨਹੀਂ ਉਤਰਦੇ।
ਉਹ ਫਿਰ ਮੰਨਣਯੋਗ ਨਹੀਂ ਹੁੰਦੇ। ਇਹਦਾ ਮਤਲਬ ਇਹ ਨਹੀਂ ਕਿ ਜੇ ਕਿਸੇ ਵਿਦਵਾਨ ਨੇ ਉਹ ਰਚਨਾ ਕੀਤੀ ਹੈ ਉਹ ਸਾਰੀ ਦਾ ਹੀ ਖੰਡਨ ਕੀਤਾ ਜਾਏ, ਐਸਾ ਵੀ ਨਹੀਂ। ਬਹੁਤ ਕੁਝ ਚੰਗਾ ਵੀ ਹੁੰਦਾ ਹੈ। ਇਸ ਤਰ੍ਹਾਂ ਦੁੱਧ 'ਚ ਕੋਈ ਮੱਖੀ ਮੁੱਖੀ ਪੈ ਜਾਏ, ਮੱਖੀ ਕੱਢੀ ਦੀ ਆ, ਦੁੱਧ ਨਹੀਂ ਡੋਲੀ ਦਾ। ਇਸ ਤਰ੍ਹਾਂ ਜੇ ਕੋਈ ਉਹ ਕਵੀ ਦੀ ਰਚਨਾ ਵਿੱਚ ਤਰੁਟੀ ਵਾਲਾ ਭਾਵ ਹੋਵੇ, ਬਾਣੀ ਦੀ ਕਸਵੱਟੀ 'ਤੇ ਪੂਰਾ ਨਹੀਂ, ਉਹਨੂੰ ਤਿਆਗ ਦਿਓ। ਬਹੁਤੀ ਚਰਚਾ ਦੀ ਲੋੜ ਨਹੀਂ, ਭੰਡੀ ਪ੍ਰਚਾਰ ਦੀ ਲੋੜ ਨਹੀਂ। ਪਰ ਕਈ ਲੋਕਾਂ ਦਾ ਸੁਭਾਅ ਆ, ਜਿਵੇਂ ਉਹ ਬੈਲ ਨੂੰ ਰੱਸਾ ਚੱਬਣ ਦਾ ਪੈ ਜਾਂਦਾ ਨਾ, ਉਹ ਫਿਰ ਜਿਹੜੀਆਂ ਚੰਗੀਆਂ ਗੱਲਾਂ ਉਹ ਤਾਂ ਲੈਣੀਆਂ ਨਹੀਂ। ਜੇ ਕੋਈ ਨੁਕਤਾ ਉਹੋ ਜਿਹਾ ਉਹ ਫੜ ਕੇ ਫਿਰ ਬੜੀ ਭੰਡੀ ਕਰਦੇ ਆ। ਉਹਦੇ ਬਾਕੀ ਮਿਹਨਤ ਕੀਤੀ, ਕੁਰਬਾਨੀ ਕੀਤੀ, ਉਹਨੂੰ ਤਿਆਗ ਦੇਣਾ, ਐਸਾ ਨਹੀਂ। ਕਿਉਂਕਿ ਉਹ ਭੁੱਲ ਗੁਰੂ ਕਰਤਾਰ, ਉਹ ਭੁੱਲ ਤਾਂ ਗੁਰੂ ਮਹਾਰਾਜ ਹੈ ਜਾਂ ਕਰਤਾਰ ਨਿਰੰਕਾਰ ਪਰਮੇਸ਼ਰ ਹੈ। ਬਾਕੀ ਬੰਦਾ ਤਾਂ ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪਣਾ ਭੁੱਲਾ। ਬੰਦੇ ਤੋਂ ਭੁੱਲ ਹੋ ਜਾਣੀ ਸਹਿਬਨ ਹੈ। ਅਤੇ ਜੇ ਉਸਨੇ ਕੋਈ ਇਤਿਹਾਸ ਬਹੁਤ ਵੱਡਾ ਗ੍ਰੰਥ ਬਣਾਇਆ, ਉਹਦੇ 'ਚ ਕੋਈ ਕਮੀ ਰਹਿ ਗਈ, ਉਹ ਜਿਵੇਂ ਕੀੜੀ ਤੇੜ ਭਾਲਦੀ ਨਾ, ਉਹ ਜਿਹੜੇ ਇਸ ਤਰ੍ਹਾਂ ਦੇ ਟੁਚਰਵਾਦੀ ਲੋਕ ਨਹੀਂ, ਉਹ ਗੱਲ ਫੜ ਲੈਣੀ, ਬਾਕੀ ਨਹੀਂ ਦੇਖਣਾ ਕਿ ਬਾਕੀ ਉਹਨੇ ਕਿੰਨੀ ਮਿਹਨਤ ਕੀਤੀ ਹੈ, ਕਿੰਨੀ ਕੁਰਬਾਨੀ ਕੀਤੀ ਹੈ। ਉਹ ਸਿਰਫ ਇੱਕ ਨੁਕਤਾ ਲੈ ਕੇ ਫਿਰ ਇਸ ਤਰ੍ਹਾਂ ਬੜਾ ਉਹ ਪ੍ਰੋਪੇਗੰਡਾ ਕਰਦੇ ਆ, ਗਲਤ ਪ੍ਰਚਾਰ ਕਰਦੇ ਆ। ਆਪਣੇ ਕੋਲ ਗੁਰਬਾਣੀ ਦੀ ਇੱਕ ਕਸਵੱਟੀ ਹੈ, ਜੋ ਬਾਣੀ ਦੇ ਆਸ਼ੇ ਮੁਤਾਬਕ ਆ ਉਹ ਪੜ੍ਹ ਲੈਣਾ, ਸੁਣ ਲੈਣਾ ਚਾਹੀਦਾ। ਜਿਵੇਂ ਮਹਾਰਾਜ ਨੇ ਆਪਣੇ ਅਵਤਾਰ ਧਾਰਨ ਦੀ ਕਥਾ ਲਿਖੀ ਹੈ ਵਿਚਿੱਤਰ ਨਾਟਕ 'ਚ। ਅੱਜ ਕੱਲ੍ਹ ਬਹੁਤ ਲੋਕਾਂ ਨੇ ਆਪਣੀਆਂ ਜੀਵਨੀਆਂ ਵਗੈਰਾ ਲਿਖੀਆਂ, ਕਈਆਂ ਦੇ ਜੀਂਦਿਆਂ, ਕਈਆਂ ਦੇ ਮਰਿਆਂ ਤੋਂ ਬਾਅਦ ਉਹ ਪ੍ਰਕਾਸ਼ਿਤ ਹੋਈਆਂ। ਅਤੇ ਮਹਾਰਾਜ ਨੇ ਕਿੰਨੇ ਸਮਾਂ ਪਹਿਲਾਂ ਆਪਣੀ ਸਵੈਂਗ ਜੀਵਨੀ ਲਿਖੀ ਹੈ। ਉਹਦੇ 'ਚ ਹੁਣ ਭਾਈ ਸਾਹਿਬ ਨੇ ਕੁਝ ਪੁਰਾਣਕ ਪ੍ਰਸੰਗ ਨਾਲ ਜੋੜੇ ਹੋਏ ਆ, ਅਤੇ ਜਿਹੜੀ ਮਹਾਰਾਜ ਨੇ ਆਪ ਜੀਵਨੀ ਲਿਖੀ ਹੈ ਉਹਦੇ ਨਾਲ ਨਹੀਂ ਉਹ ਰਲਦਾ। ਅਤੇ ਫਿਰ ਆਪਾਂ ਨੂੰ ਉਹੀ ਬਚਨ ਮੰਨਣਾ ਪਏਗਾ ਜੋ ਮਹਾਰਾਜ ਖੁਦ ਲਿਖ ਕੇ ਗਏ। ਅਤੇ ਜਿਹੜਾ ਉਹ ਭਾਈ ਸਾਹਿਬ ਨੇ, ਜਿਵੇਂ ਮਾਈਆਂ ਆਟੇ ਨੂੰ ਪ੍ਰੇਥਣ ਜਿਹਾ ਲਾ ਲੈਂਦੀਆਂ ਨਾ, ਅਤੇ ਕਵੀ ਲੋਕ ਵੀ ਇਹੋ ਜਿਹਾ ਪ੍ਰੇਥਣ ਲਾ ਲੂ ਲੈਂਦੇ ਆ। ਅਤੇ ਫਿਰ ਉਹ ਜਦੋਂ ਮਹਾਰਾਜ ਦੀ ਆਪਣੀ ਕਲਮ ਨਾਲ, ਆਪਣੀ ਮੁਖਾਰ ਬਿੰਦ ਨਾਲ ਬਾਣੀ ਉਚਾਰੀ, ਆਪ ਲਿਖੀ, ਉਹ ਆਪਣੇ ਕੋਲ ਹੈਗੀ ਹੈ ਕਸਵੱਟੀ। ਉਹ ਫਿਰ ਇਤਿਹਾਸ ਦਾ ਜਿਹੜਾ ਪ੍ਰਸੰਗ ਇਸ ਤਰ੍ਹਾਂ ਹੈ, ਉਹ ਫਿਰ ਮਹਾਰਾਜ ਦੀ ਰਚਨਾ ਦੇ ਨਾਲ ਜੇ ਨਹੀਂ ਰਲਦਾ ਅਤੇ ਫਿਰ ਉਹ ਤਿਆਗਣਯੋਗ ਹੈ। ਅਤੇ ਜਿੱਥੇ ਮਹਾਰਾਜ ਨੇ ਆਪ ਆਪਣੀ ਕਲਮ ਨਾਲ ਕੋਈ ਰਚਨਾ ਕੀਤੀ ਹੈ, ਉਹਦੇ ਨਾਲ ਪ੍ਰਸੰਗ ਰਲਦੇ ਆ, ਉਹ ਮੰਨਣਯੋਗ ਹੈ। ਇਸ ਵਾਸਤੇ ਬਾਕੀ ਇਤਿਹਾਸਾਂ ਦਾ ਵੀ ਇਵੇਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਰਕੀ ਬਾਣੀ ਹੈ, ਇਹਦੇ ਨਾਲ ਫਿਰ ਜਿਹੜਾ ਕੋਈ ਇਤਿਹਾਸ ਦਾ ਪ੍ਰਸੰਗ ਇਹਦੇ ਅਨੁਕੂਲ ਉਹ ਠੀਕ ਆ। ਜੇ ਕੋਈ ਉਹ ਵਿਦਵਾਨ ਇਸ ਤਰ੍ਹਾਂ ਲਿਖ ਗਿਆ ਅਤੇ ਬਾਕੀ ਚੰਗਾ ਵੀ ਬਹੁਤ ਕੁਝ ਲਿਖਿਆ, ਉਹ ਤਾਂ ਮੰਨੋ। ਜੇ ਕੋਈ ਉਹੋ ਜਿਹਾ ਕਮੀ ਪੇਸ਼ੀ ਰਹਿ ਗਈ, ਉਹ ਫਿਰ ਸਮਝ ਲਓ
ਕਿ ਇਨਸਾਨ ਭੁੱਲਣਹਾਰ ਜੀਵ ਹੈ, ਤੇ ਉਹ ਆਪ ਕभी ਵੀ ਮਾਫੀ ਮੰਗਦਾ ਹੁੰਦਾ, ਸਾਧ ਸੰਗਤ ਜੀ ਮੇਰੇ ਤੋਂ ਕੋਈ ਗਲਤੀ ਹੋ ਗਈ ਜਾਂ ਭੁੱਲ ਹੋ ਗਈ, ਮਾਫ ਕਰ ਦਿਓ। ਮਾਫੀ ਤੋਂ ਵੀ ਮੰਗਦੇ ਆ। ਤੇ ਇਸ ਵਾਸਤੇ ਇਹ ਬਾਣੀ ਦੀ ਕਸੌਟੀ ਹੈ। ਇਸ ਕਰਕੇ ਮਹਾਰਾਜ ਇਸ ਬਾਣੀ ਦੀ ਪ੍ਰੋੜਤਾ ਕਰਦੇ ਹੋਏ ਵੇਦ ਕੁਰਾਨ ਦੂਜੀਆਂ ਤੀਜੀਆਂ ਬਾਣੀਆਂ ਉਸ ਤਰ੍ਹਾਂ ਦਾ ਹੁਣ ਇਨਸਾਨਾਂ ਦੀਆਂ ਕਿੰਨੀਆਂ ਬੋਲੀਆਂ, ਪਸ਼ੂ ਪੰਛੀਆਂ ਦੀਆਂ ਆਪਣੀਆਂ ਬੋਲੀਆਂ ਹੈਗੀਆਂ, ਬੇਅੰਤ ਹੈ, ਗਿਣਤੀ ਮਿਣਤੀ ਨਹੀਂ। ਔਰ ਜਿਹਦਾ ਰਾਜ ਹੁੰਦਾ ਫਿਰ ਉਹ ਆਪਣਾ ਸੰਮਤ ਸਿੱਕਾ ਬੋਲੀ ਅਤੇ ਡਰੈਸ ਯੂਨੀਫਾਰਮ ਵੀ ਆਪਣੀ ਚਲਾ ਲੈਂਦਾ ਉਹ। ਅਤੇ ਜਦੋਂ ਮੁਗਲਾਂ ਦਾ ਰਾਜ ਆਇਆ ਤਾਂ ਉਸ ਵੇਲੇ ਫਿਰ ਉਹਨਾਂ ਨੇ ਅਰਬੀ ਜਾਂ ਫਾਰਸੀ ਚੱਲਦੀ ਰਹੀ। ਅੰਗਰੇਜ਼ ਆ ਗਏ ਨਹੀਂ ਸੀ, ਅੰਗਰੇਜ਼ੀ। ਇਹਨਾਂ ਦਾ ਰਾਜ ਬਹੁਤ ਲੰਬਾ, ਬਹੁਤ ਦੇਸ਼ਾਂ 'ਤੇ ਰਿਹਾ। ਅੱਜ ਫਿਰ ਇਹ ਅੰਗਰੇਜ਼ੀ ਜਿਹੜੀ ਇੰਗਲਿਸ਼ ਹੈ ਇੰਟਰਨੈਸ਼ਨਲ ਭਾਸ਼ਾ ਬਣ ਗਈ। ਉਹ ਇਹਦੇ ਪੜ੍ਹਨ ਸੁਣਨਾ ਬੰਦਾ ਸਾਰੇ ਸੰਸਾਰ 'ਚ ਘੁੰਮ ਫਿਰ ਸਕਦਾ। ਇੱਧਰ ਰੁਝਾਨ ਵੀ ਇਸੇ ਕਰਕੇ ਜ਼ਿਆਦਾ, ਅਤੇ ਯੂਨੀਫਾਰਮ ਵੀ ਉਹ ਲੋਕ ਪਾਈ ਫਿਰਦੇ ਆ। ਜਿਹੜਾ ਗੁਰੂ ਦਾ ਬਾਣਾ ਬਾਣੀ ਸੀ ਉਹ ਤੋਂ ਤਾਂ ਹੁਣ ਕਾਫੀ ਆਪਾਂ ਦੂਰ ਜਾਈ ਜਾਂਦੇ। ਸਕੂਲਾਂ ਕਾਲਜਾਂ 'ਚ ਵੀ ਇਸ ਤਰ੍ਹਾਂ ਦਾ ਹੀ ਪ੍ਰਭਾਵ ਜ਼ਿਆਦਾ ਹੋ ਗਿਆ। ਸੋ ਇਸ ਵਾਸਤੇ ਉਹ ਜਿੱਥੇ ਗਏ ਉਹਨੇ ਆਪਣੀ ਬੋਲੀ ਵੀ ਦਿੱਤੀ, ਆਪਣੀ ਯੂਨੀਫਾਰਮ ਵੀ ਦਿੱਤੀ। ਫਿਰ ਥੋੜ੍ਹਾ ਜਿਹਾ ਰਲਮਾ ਜਿਹਾ ਵੀ ਕੀਤਾ, ਉਰਦੂ ਬਣਾ ਲਿਆ। ਇਹ ਥੋੜ੍ਹਾ ਸੌਖਾ ਸੀ, ਫਾਰਸੀ ਨੂੰ ਵੀ ਇੰਗਲਿਸ਼ ਨੂੰ ਵੀ ਇਹ ਵੀ ਚਲਾਇਆ। ਪਹਿਲੇ ਜਿਹੜੇ ਰਾਜੇ ਸੀ ਕੋਈ ਇਸ ਤਰ੍ਹਾਂ ਉਹ ਆਪੋ ਆਪਣੇ ਸਮੇਂ ਨਾਲ ਬੋਲੀ ਵਾਲੀ ਚਲਾਉਂਦੇ ਰਹੇ। ਅਤੇ ਜਿਹੜੀ ਗੁਰਬਾਣੀ ਹੈ ਇਹ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਕਿਰਪਾ ਕੀਤੀ ਹੈ। ਔਰ ਜਿੰਨੀਆਂ ਵੀ ਰਚਨਾਵਾਂ ਜਿੱਥੋਂ ਸਿੱਖਿਆ ਮਿਲਦੀ ਹੈ ਠੀਕ ਹੈ, ਪਰ ਉਹਨਾਂ 'ਚ ਕੁਝ ਨਾ ਕੁਝ ਅਧੂਰੇਪਨ ਦਾ ਭਾਸ ਪੈਂਦਾ ਹੈ। ਜਿਹੜੀ ਪੂਰਨ ਪੁਰਖਾਂ ਦੀ ਬਾਣੀ ਹੈ, ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾ ਹੈ। ਕਿਉਂਕਿ ਅਧੂਰੇ ਤੋਂ ਗਲਤੀ ਹੋਣੀ ਅਤੇ ਸਹਿਬ ਨਹੀਂ, ਜਦ ਹੈ ਇਹ ਅਧੂਰਾ। ਅਤੇ ਜਿਹੜਾ ਪੂਰਾ ਆ ਉਹ ਗਲਤੀ ਕਿਉਂ ਕਰੇਗਾ? ਉਹਦੀ ਹਰ ਗੱਲ ਹੀ ਸੰਪੂਰਨ ਹੁੰਦੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਜੇ ਅਧੂਰਿਆਂ ਦੇ ਮਗਰ ਲੱਗੋਗੇ, ਕਾਚੇ ਗੁਰ ਤੇ ਮੁਕਤ ਨਾ ਹੋਗਾ। ਕੱਚਾ ਗੁਰੂ ਜਿਹੜਾ ਮੁਕਤੀ ਨਹੀਂ ਨਾ ਦੇਵੇਗਾ। ਜਿੰਨਾ ਜਿੰਨਾ ਉਹਦੇ ਕੋਲ ਗੁਣ ਆ ਉਹ ਤਾਂ ਦੇ ਸਕਦਾ, ਸੰਪੂਰਨਤਾ ਨਹੀਂ। ਪਰ ਜਿਹੜਾ ਪੂਰਾ ਗੁਰੂ ਆ ਉਹ ਆਪਣੇ ਸਿੱਖ ਨੂੰ ਵੀ ਸੰਪੂਰਨਤਾ ਬਖਸ਼ ਦਿੰਦਾ ਹੈ, ਸਮਰੱਥ ਹੈ ਉਹ। ਕਿਉਂਕਿ ਉਹਦੇ ਉਪਦੇਸ਼, ਉਹਦੀ ਬਾਣੀ, ਉਹਦੀ ਸਿਕਸ਼ਾ, ਉਹਦੇ 'ਚ ਕੋਈ ਕਮੀ ਪੇਸ਼ੀ ਨਹੀਂ ਹੁੰਦੀ। ਜੇ ਸਿੱਖ 'ਚ ਕਮੀ ਪੇਸ਼ੀ ਰਹਿੰਦੀ ਹੈ ਉਹ ਉਹਦੇ ਮੰਨਣ ਵਿੱਚ, ਬਚਨ ਨੂੰ ਅਮਲ ਲਿਆਉਣ ਵਿੱਚ ਕਮਜ਼ੋਰੀ ਹੈ। ਅਤੇ ਜੇ ਉਹ ਗੁਰੂ ਦੇ ਬਚਨ ਨੂੰ ਮਾਈ ਸੱਤ ਸੱਤ ਕਰਕੇ ਮੰਨਿਆ ਅਤੇ ਫਿਰ ਉਹ ਪੂਰਨ ਪਦ ਜਿਹੜਾ ਹੈ ਉਸ ਨੂੰ ਪਾ ਲੈਂਦਾ ਹੈ। ਅਤੇ ਅੱਜ ਹੁਣ ਸੰਸਾਰ ਦੇ ਉੱਤੇ ਇਹੀ ਹੈ ਕਿ ਹਰ ਇੱਕ ਬੰਦਾ ਚਾਹੁੰਦਾ ਨਹੀਂ ਹੋਇਆ ਮੈਂ ਕਿਸੇ ਅੱਗੇ ਝੁਕਾਂ ਜਾਂ ਨੀਵਾਂ ਹੋਵਾਂ।
पर जदों कोई ज्ञान बख्शिश लैना फिर तो गुरु उस्ताद के अगे झुकना तो पएगा। निमरता ने कुछ मिलेगा ना। पहले समय जिहड़े वेद वगैरह लिखत विच नहीं सी, लोगों की बुद्धि बड़ी उजल सी, पवित्र सी, उम्रां भी कुछ लम्मियां, तंदुरुस्ती भी हुंदी सी, खाना पीना सारा कुछ ठीक हुंदा सी। उन्हां नूं जवानी चेते हो जांदे सी। ते जदों फिर कमजोरी आउंदी गई, याद शक्ति च कमी आ गई, फिर लिख लईए भी चेता ना भुल जाए। हुण आ फोनां च रिकॉर्ड वगैरह कर लेंदे आ। हुण तां याददाश्त बहुती कमजोर होई हो। कईयां नूं अपने घर का फोन ही नहीं चेते हुंदा। कईयां दा दिमाग है वो डेयरी रखते ही नहीं, सारे उमें चेते हुंदे आ। तो फिर जिहड़े वेद सीगे ना वो भुल भुला गए। फिर वो ऋषि जिन्ने सी ब्रह्मे को गए, महाराज वेद भुल गया कि हुण जदों साडे को सिक्शा वास्ते ग्रंथ नहीं तो किवें गां तुरांगे। वो कहन लगे भी जदों तक धरती ते कोई बंदा इन्हां दा ज्ञान रखण वाला उदों तक मैं ज्ञान नहीं दिंदा। कहंदे जी कित्थे मिलेगा? वो कहंदे इलाहाबाद प्रयागराज मिलेगा। उत्थे आ गए, जो नाम वगैरह दसिया सी उहदे मुताबक। उन्हें की कीता, वो जिहड़ा सी 5 साल का बालक बन के बैठा सी। वो जिले आए, आओ ऋषियो, आओ बेटा बैठो, किवें आउणा होया? उन्हें क्या हद हो गई कि साड़ियाँ किन्नियां लम्मियां उमरां, बड़े जप तप करते हैं, ये जवाकड़ा किड्डा हंकारी है, सानू पुत कहा। वो ही मुड़ के ब्रह्मे को आ गए। कहते भी ऋषियो तुसीं आ गए। कहते महाराज वो बालक तो बड़ा हंकारी है, हुण साडा कोई सत्कार प्यार नहीं, सानू कहंदा आओ बेटा, तो सानू पुत कहा। असीं तो वो बाबे फड़दा ध्यान रखे। वो ब्रह्मा जी कहते भी जो ज्ञान लैना होवे ना फिर तो पुत बनना ही पेगा, पे बन के तो ज्ञान नहीं ना मिलना, फिर तो पुत बनना ही पैना, दीनता कबूलनी पैनी। फिर वो होमे छड्ड के आए। वो उठिया जी कमंडल लै आंदा तिरमची चरण धोआउण लई। आओ महाराज धन भाग ऋषियो, तुसीं दर्शन दिते, आसन दिते, जल पानी जी ऐ बहुत कीता। कहंदे महाराज हुण इउं ते पहलां इस तरह कीता। कहंदे परखना सी भी तुसीं अधिकारी भी हैगे आ। गज के बोलो तुहानूं देखिया सी भी अधिकार है। ते अज कल हुण अधिकार वाली गल ते घटे ही आ। बस वो चली चलाई जांदा। एक तो हुंदा ना जंदे नूं कुंजी ना खोलना ते कुंजी ना ही लाउणा। एक हुंदा विच किल जिहा अड़ाया थोड़ा तोड़ के पासे करके। अजकल तो आरियां उरियां वढ वुढ के कर लिया। वो गैर तरीका ना बेमर्यादा। वो तो फिर चोरां डाकुआं बदमाशां वाली क्रिया ना, डकैती वाली। इसे तरह च धक्के तौड़े दे नाल इंसान सारा कुछ करना खड़ाउणा चाहुंदा। माया वो भी धक्के ना कमा लवां, ज्ञान भी धक्के ना लै लवां, प्यो तो भी धक्के ने वसीयत करा करू लवां, ਉਹਦੀ ਧੌਣ ਸੰਗੀ ਨੱਪ ਨੁੱਪ ਕੇ। ਇਹ नहीं भी ਉਹਦੀ सेवा करा, ਉਹਦੀ खुशी लवां, वो कहे लै भी बेटा तेरा ही है सारा कुछ। वो तो गल हुण रही नहीं। ऐसा कोई कलयुग का प्रभाव है। तो पर हर चीज़ जिहड़ी है वो शरधा भगती दे उत्ते खलोती है। जो कुछ भी है
ਅੱਜ ਹੁਣ ਡਾਂਗ ਡੇਰਾ ਹੀ ਹੈ। ਆ ਜਿਹਦੀ ਡਾਂਗ ਤਕੜੀ ਆ ਉਹ ਧੱਕੇ ਨਾ ਕਾਨੂੰਨ ਕਾਨੂੰਨ ਵੀ ਉਹਦੇ ਅਨੁਕੂਲ ਹੋ ਜਾਂਦੇ ਆ। ਜਿਹੜਾ ਮਾੜਾ ਉਹਨੂੰ ਕਹਿਣਾ ਇਹ ਕਾਨੂੰਨ ਆ, ਤੂੰ ਕਾਨੂੰਨ 'ਤੇ ਉਲਟ ਚੱਲਿਆ। ਅਤੇ ਜਿਹਦੇ ਕੋਲ ਮਾਇਆ ਅਤੇ ਡਾਂਗ ਤਕੜੀ ਹੈ ਉਹ ਕਾਨੂੰਨਾਂ ਤੋਂ ਬਾਹਰ ਹੀ ਕੰਮ ਕਰੀ ਜਾਂਦੇ ਆ। ਪੁੱਛਣ ਦੱਸਣ ਵਾਲਾ ਕੋਈ ਨਹੀਂ ਉਹਨਾਂ ਨੂੰ। ਇਸ ਤਰ੍ਹਾਂ ਦਾ ਹੀ ਵਾਤਾਵਰਨ ਆਪਣੇ ਦੇਸ਼ ਤਾਂ ਜ਼ਿਆਦਾ ਹੀ ਹੈ। ਬਾਹਰ ਤਾਂ ਹਾਲੇ ਥੋੜ੍ਹਾ ਜਿਹਾ ਟਿਕਾ ਹੈ, ਕੰਟਰੋਲ ਹੈਗਾ ਉੱਥੇ। ਇੱਥੇ ਇਸ ਤਰ੍ਹਾਂ ਦਾ ਹੀ ਹੈ। ਸੋ ਇਸੇ ਵਾਸਤੇ ਸਕੂਲਾਂ ਕਾਲਜਾਂ 'ਚ ਲੈ ਲਾ, ਉੱਥੇ ਵੀ ਵਿਦਿਆਰਥੀਆਂ ਦੇ ਅੰਦਰ ਕੋਈ ਟੀਚਰਾਂ ਉਸਤਾਦਾਂ ਕੋਈ ਸਤਿਕਾਰ ਪਿਆਰ ਵਾਲੀ ਨਹੀਂ, ਕੋਈ ਸ਼ਰਧਾ ਭਗਤੀ ਵਾਲੀ ਨਹੀਂ। ਉਹ ਵੀ ਫਿਰ ਕਹਿੰਦੇ ਸ਼ਰਧਾ ਭਗਤੀ ਤਾਂ ਹੈ ਨਹੀਂ, ਅਤੇ ਆਪਾਂ ਨੂੰ ਕੀ ਹੈ, ਤਨਖਾਹ ਮਿਲੀ ਜਾਂਦੀ ਹੈ, ਪੜ੍ਹਦੇ ਪੜ੍ਹਨ, ਨਹੀਂ ਪੜ੍ਹਦੇ ਨਾ ਪੜ੍ਹਨ। ਉਹ ਵੀ ਫਿਰ ਢਿੱਲੇ ਪੈ ਜਾਂਦੇ ਆ। ਘਰਾਂ 'ਚ ਵੀ ਦੇਖ ਲਓ, ਹਰ ਪਾਸੇ ਦੇਖ ਲਓ, ਇਹ ਵਾਤਾਵਰਨ ਇਹੋ ਜਿਹਾ ਹੀ ਹੈ। ਹੁਣ ਆ ਕੁਰਸੀ ਯੁੱਧ ਵਾਸਤੇ ਕਿਵੇਂ ਇੱਕ ਦੂਜੇ ਦੀ ਮਿੱਟੀ ਪੁੱਟ ਰਹੇ ਆ। ਜਿਵੇਂ ਝੋਟੇ ਆ ਨਾ, ਪਹਾੜ 'ਤੇ ਜਾ ਕੇ ਸਿੰਗ ਮਾਰ ਮਾਰ ਕੇ ਮਿੱਟੀ ਨਾਲ ਮੂੰਹ ਸਿਰ ਭਰ ਲੈਂਦੇ ਆ। ਇਹਨਾਂ ਦਾ ਹਾਲ ਵੀ ਇਹੀ ਹੋਇਆ। ਇਹ ਡਿਡੂ ਛੜਪੇ ਲਾਉਂਦੇ ਫਿਰਦੇ, ਕਿਤੇ ਟਿਕਾ ਨਹੀਂ, ਨਾ ਕੋਈ ਧਰਮ ਨਾ ਧੜਾ। ਤਾਂ ਜਦ ਇਹਨਾਂ ਦਾ ਟਿਕਾ ਨਹੀਂ ਅਤੇ ਜਿਹੜੇ ਇਹਨਾਂ ਮਗਰ ਲੱਗਣਗੇ ਉਹ ਕਿੱਥੋਂ ਟਿਕ ਜਾਣਗੇ। ਹੋਏਗਾ ਟਿਕਾ। ਸੋ ਇਸ ਵਾਸਤੇ ਸਾਰਾ ਸੰਸਾਰ ਧਰਮ ਕਰਮ ਤੋਂ ਹਿੱਲ ਗਿਆ ਹੈ। ਅਤੇ ਮਹਾਰਾਜ ਦੱਸਦੇ ਕਿਉਂ ਹਿੱਲ ਗਏ? ਕਿਉਂ ਬਾਣਾ ਵੀ ਛੱਡਤਾ, ਬਾਣੀ ਵੀ ਛੱਡ ਦਿੱਤੀ, ਗੁਰੂ ਦਾ ਸ਼ਬਦ ਉਪਦੇਸ਼ ਤਿਆਗ ਦਿੱਤਾ। ਜਿਹੜੇ ਗੁਰੂ ਦੇ ਉਪਦੇਸ਼ ਵਿੱਚ ਦ੍ਰਿੜਿਆ ਨਾ, ਉਹ ਤਾਂ ਫਿਰ ਹਾਂਜੀ ਆਪਣਾ ਸਰਬੰਸ ਦਾਨ ਵੀ ਲੱਗ ਜਾਏ ਫਿਰ ਵੀ ਬਸ ਉੱਥੇ ਹੀ ਖਲੋਤੇ ਆ। ਸੋ ਇਸ ਕਰਕੇ ਇਹ ਜਿਹੜੀ ਬਾਣੀ, ਇਹ ਦ੍ਰਿੜਤਾ ਨੂੰ, ਵਿਸ਼ਵਾਸ ਨੂੰ, ਸਿਦਕ ਨੂੰ, ਭਰੋਸੇ ਨੂੰ ਪੈਦਾ ਕਰਨ ਵਾਲੀ ਹੈ। ਅਤੇ ਅੱਜ ਹੁਣ ਲੋਕਾਂ ਕੋਲ ਕਿਤਾਬੀ ਗਿਆਨ ਤਾਂ ਬਹੁਤ ਆ, ਪਰ ਜਿਹੜਾ ਬਾਣੀ ਵਾਲਾ ਪੱਖ ਆ ਉਹ ਚਲੇ ਗਿਆ। ਜੇ ਪੁੱਛੇ ਕੀ ਕਰਦੇ ਹਾਂ ਜੀ, ਅਸੀਂ ਇਹ ਫਲਾਨੀ ਡਿਊਟੀ, ਫਲਾਨੀ ਡਿਗਰੀ, ਡਿਪਲੋਮਾ ਲਿਆ। ਜੇ ਕਹੀਏ ਵੀ ਤੜਕੇ ਉੱਠ ਕੇ ਇਸ਼ਨਾਨ, ਫਿਰ ਤਾਂ ਦੜ ਵੱਟ ਲੈਂਦੇ ਆ। ਜੇ ਕਹੀਏ ਸ੍ਰੀ ਜਪਜੀ ਸਾਹਿਬ, ਉੱਥੇ ਵੀ ਚੁੱਪ ਹੀ ਹੈ। ਰਹਿ ਰਸ ਕੀਰਤਨ ਸੋਲਾ, ਉਹ ਬੜੇ ਬੜੇ ਪੜਾਕੂ ਜਿਹੜੇ ਆ ਉਹ ਬਾਣੀ ਤੋਂ ਟੁੱਟ ਚੁੱਕੇ ਆ। ਅਤੇ ਸੇਵਾ ਵਾਲਾ ਭਾਵ ਵੀ ਚਲੇ ਗਿਆ, ਸ਼ਰਧਾ ਭਗਤੀ ਵਾਲਾ ਭਾਵ ਵੀ ਚਲੇ ਗਿਆ। ਅਤੇ ਜਦੋਂ ਗੁਰੂ ਦੀ ਬਾਣੀ ਚਲੇ ਗਈ, ਗੁਰੂ ਦਾ ਬਾਣਾ ਚਲੇ ਗਿਆ, ਅਤੇ ਫਿਰ ਬਖਸ਼ਿਸ਼ ਵੀ ਪ੍ਰਾਪਤ ਹੋਣੀ ਬਹੁਤ ਔਖੀ ਹੈ। ਬਖਸ਼ਿਸ਼ ਤਾਂ ਹੀ ਮਿਲਣੀ ਸੀ ਨਾ ਕਿ ਜੇ ਬਾਣੀ ਨਾ ਜੁੜਦੇ, ਉਹਦੇ ਬਾਣੇ ਨਾਲ ਸਿਮਰਨਾ, ਸੇਵਾ ਨਾਲ, ਸਤਸੰਗ ਕਰਦੇ। ਉਹ ਸਤਸੰਗ ਵਾਲੀ ਗੱਲ ਵੀ ਹੈ ਨਹੀਂ, ਕਿਉਂਕਿ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਉਹ ਤਾਂ ਬੈਠਣਾ ਉਵੇਂ ਸ਼ਰਮ ਮੰਨਦੇ ਆ ਸੰਗਤ 'ਚ। ਬਹੁਤੇ ਅਮੀਰ ਬੰਦੇ ਵੀ, ਅਤੇ ਜਿਹੜੇ ਫਿਰ ਰਾਜਨੀਤਿਕ ਬੰਦੇ ਆ ਉਹ ਵੀ, ਅਸੀਂ ਉੱਥੇ ਵਿੱਚ ਬੈਠਾਂਗੇ ਜੀ, ਅਸੀਂ ਤਾਂ ਲੀਡਰ ਹੋਏ। ਅਤੇ ਫਿਰ ਹੁਣ ਦੱਸੋ, ਜਦੋਂ ਸੰਗਤ 'ਚ ਹੀ ਬਹਿਣਾ ਛਡਾ ਦਿੱਤਾ, ਅਤੇ ਫਿਰ ਇਸ ਤਰ੍ਹਾਂ ਹੀ ਹੈ। ਉਹ ਭਰਤਰੀ ਜੀ ਕਹਿੰਦੇ ਜਿਹੜੇ ਗ੍ਰੰਥਾਂ ਦੇ ਜ਼ਿਆਦਾ ਪੜ੍ਹੇ ਹੋਏ, ਇਸ ਹੋਮੇ 'ਚ ਉਹ ਵੀ ਨਹੀਂ ਆਉਂਦੇ, ਹੰਕਾਰ ਨਾਲ ਭਰੇ ਨਜ਼ਰ ਆਉਂਦੇ। ਅਤੇ ਦੂਸਰਾ ਇਹ ਉਹ ਕਹਿੰਦੇ ਨਹੀਂ, ਇਹ ਵਿਆਕਰਨ ਵਿੱਚ ਅਧੂਰਾ ਹੈ, ਇਹਦੀ ਪਦ ਰਚਨਾ ਸਹੀ ਨਹੀਂ। ਉਹ ਫਿਰ ਕਿੰਤੂ ਪ੍ਰੰਤੂ ਵੀ ਕਰਦੇ ਰਹਿੰਦੇ। ਹਾਂਜੀ,
ਔਰ ਫਿਰ ਜਿਹੜੇ ਮਾਇਆਧਾਰੀ ਰਜਵਾੜੇ ਲੋਕ ਆ ਉਹ ਵੀ ਹੱਦ ਤੱਕ ਸਮਝਦੇ ਆ, ਕਹਿੰਦੇ ਸਾਡੇ ਕੋਲ ਆਉਂਦੇ ਕੌਣ ਆ, ਜਿਹੜੇ ਦੁਖੀ ਲੋਕ ਆ, ਕਿਸੇ ਪਾਸੇ ਕੋਈ ਚੱਲਦਾ ਨਹੀਂ, ਉਹ ਫਿਰ ਆ ਕੇ ਰੋਂਦੇ ਆ, ਬਾਬਾ ਜੀ ਕਿਰਪਾ ਕਰ ਦਿਓ। ਕਹਿੰਦੇ ਉਹ ਵੀ ਟਾਈਮ ਵੇਸਟ ਕਰਦੇ ਆ, ਅਸੀਂ ਵੀ ਕਹਾਣੀ ਮਰੋੜਦੇ ਹਾਂ ਪੀਣੀ, ਐਵੇਂ ਮਗਜ ਪੁੜਪੜੀ ਪਾਠ ਹੀ ਕਰਨਾ। ਕਹਿੰਦੇ ਹੁਣ ਤਾਂ ਕਲਯੁਗ ਦਾ ਇਸ ਤਰ੍ਹਾਂ ਹੀ ਆ ਵੀ ਪਾਤਰ ਤੋਂ ਬਿਨਾਂ ਗਿਆਨ ਦਿੱਤਾ ਇਹੋ ਜਿਹਾ ਹੀ ਆ, ਜਿਵੇਂ ਹਵਨ ਕੁੰਡ ਦੀ ਅੱਗ ਬੁਝ ਜਾਏ ਨਾ, ਵੇਦਾਂ ਦੇ ਮੰਤਰ ਪੜ੍ਹ ਕੇ ਅਤੇ ਜਿਹੜੀ ਹਵੀ ਦੀ ਆਹੂਤੀ ਆ ਉਹਦੇ 'ਚ ਸੁੱਟੀ ਹੋਈ ਨਿਸਫਲ ਚਲੇ ਜਾਂਦੀ ਹੈ ਨਾ, ਇਹਨਾਂ ਮੂਰਖ ਲੋਕਾਂ ਨੂੰ ਦਿੱਤਾ ਹੋਇਆ ਗਿਆਨ ਵਿਅਰਥ ਚਲੇ ਜਾਂਦਾ। ਕੋਈ ਗ੍ਰਹਿਣ ਥੋੜ੍ਹੀ ਕਰਨਾ। ਇਸ ਵਾਸਤੇ ਅੱਜ ਦਾ ਸਮਾਜ ਇਸ ਤਰ੍ਹਾਂ ਦਾ ਕੋਈ ਜਿਗਿਆਸਾ ਵਾਲੀ ਤਾਂ ਗੱਲ ਹੀ ਨਹੀਂ। ਹੁਣ ਸਵੇਰ ਤੋਂ ਸ਼ਾਮ ਤੱਕ ਗੁਰਦੁਆਰਿਆਂ 'ਚ ਬਹੁਤ ਲੋਕ ਆਉਂਦੇ ਆ, ਕੋਈ ਗਿਆਨ ਧਿਆਨ ਨਾਮ ਲਈ ਥੋੜ੍ਹੀ, ਬਸ ਇਸ ਤਰ੍ਹਾਂ ਹੀ ਆ, ਗੇੜੇ ਛੇੜੇ ਕੱਢੇ, ਘੁੰਮ ਘੁਮਾ ਕੇ ਚਲੇ ਗਏ, ਕੋਈ ਬਹਿ ਕੇ ਸਿਮਰਨ ਨਹੀਂ ਕਰਨਾ, ਕੋਈ ਸੇਵਾ ਨਹੀਂ, ਕੋਈ ਸਤਸੰਗ ਨਹੀਂ, ਕੋਈ ਕਥਾ ਕੀਰਤਨ ਨਹੀਂ। ਅਤੇ ਆਮ ਉਹ ਸਰੋਤੇ ਉਹੀ 10-15 ਹੁੰਦੇ ਆ ਸਵੇਰੇ ਸ਼ਾਮ, ਬਾਕੀ ਤਾਂ ਗੇੜੇ ਕੱਢਣ ਵਾਲੇ ਹੁੰਦੇ ਆ। ਪਰ ਜੇ ਹੁਣ ਕਲਾਸ ਲੱਗੀ ਹੈ ਸਕੂਲ ਵਿੱਚ, ਵਿਦਿਆਰਥੀ ਬਾਹਰ ਘੁੰਮਦੇ ਘੁੰਮਦੇ ਰਹਿਣ, ਫਿਰ ਉੱਥੋਂ ਟੀਚਰ ਤੋਂ ਲੈਣਾ ਦੇਣਾ ਕੀ ਹੈ। ਕਲਾਸ ਅਟੈਂਡ ਕਰਾਂਗੇ, ਜਿਹੜਾ ਲੈਸਨ ਸਬਕ ਸਿੱਖਿਆ ਦਿੱਤੀ ਜਾਂਦੀ ਉਹ ਗ੍ਰਹਿਣ ਕਰਕੇ ਪੱਕਾ ਕਰਾਂਗੇ, ਇਹ ਤਾਂ ਹੈ। ਇਹ ਗੁਰੂ ਘਰ ਵੀ ਪਾਠ ਹੋ ਰਿਹਾ, ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ, ਨਾਮ ਅਭਿਆਸ ਹੋ ਰਿਹਾ, ਇਹ ਗੁਰੂ ਘਰ ਦੀਆਂ ਕਲਾਸਾਂ ਹੀ ਆ। ਪਰ ਇੱਧਰ ਤਾਂ ਆਪਣਾ ਧਿਆਨ ਹੀ ਨਹੀਂ। ਉਹ ਕਹਿੰਦੇ ਇਹ ਤਾਂ ਰਾਗੀ ਦਾ ਕੰਮ ਹੈ ਜਾਂ ਪਾਠੀ ਦਾ, ਗਿਆਨੀ ਦਾ, ਆਪਣਾ ਨਹੀਂ। ਜਾਂ ਉੱਥੇ ਫੋਟੋਆਂ ਫਾਟੋਆਂ ਖਿੱਚ ਕੇ ਚਲੇ ਗਏ, ਜਾਂ ਸੋਹਣੇ ਗਮਲੇ ਫੁੱਲ ਫਲ ਖਿੜੇ ਆ। ਬੇਰ ਸਾਹਿਬ ਗਏ ਸੀ, ਗੁਰਦੁਆਰੇ ਦੀ ਫੋਟੋ ਨਾਲ ਆ ਜਾਏ, ਅਤੇ ਬਾਬੇ ਨਾਨਕ ਦੀ ਫੋਟੋ ਨਹੀਂ ਅੰਦਰ ਲਿਆਉਣੀ ਹਿਰਦੇ 'ਚ, ਆਪਣੀਆਂ ਫੋਟੋਆਂ ਦਾ ਖਿਆਲ ਜ਼ਿਆਦਾ। ਇੱਥੇ ਆ ਕੇ ਤਾਂ ਕਰਨਾ ਸੀ, ਅੱਜ ਨਹੀਂ ਅੰਦਰ ਮੂਰਤਾਂ ਬੜੀਆਂ ਨਾ, ਉਹ ਕੱਢਣੀਆਂ, ਅਤੇ ਗੁਰੂ ਬਾਬੇ ਦਾ ਧਿਆਨ ਅੰਦਰ ਆ ਜਾਏ, ਉੱਧਰ ਆਪਣਾ ਹੈ ਨਹੀਂ। ਉਹ ਤਾਂ ਹੀ ਹੋਊਗਾ ਜੇ ਸਾਡੀ ਮਹਾਰਾਜ ਨੇ ਜਿਹੜੀ ਬਾਣਾ ਬਖਸ਼ਿਆ, ਬਾਣੀ ਬਖਸ਼ੀ ਹੈ, ਮਨ ਦੀਆਂ ਸਾਰੀਆਂ ਵਾਸ਼ਨਾਵਾਂ ਨੂੰ ਤਿਆਗ ਕੇ ਗੁਰੂ ਚਰਨਾਂ ਵਿੱਚ ਚੌਂਕੜੇ ਲਾ ਕੇ ਧਿਆਨ ਇਸਤ ਹੋ ਕੇ ਬੈਠਿਆ ਜਾਏ। ਸਾਰੀਆਂ ਇੰਦਰੀਆਂ ਜਿਵੇਂ ਕੱਛੂ ਸੁਕੋਚ ਕੇ ਬਹਿੰਦਾ, ਫੇਰ ਆ। ਸੋ ਆਓ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਸ ਪਵਿੱਤਰ ਬਾਣੀ ਦਾ ਪਠਨ ਪਾਠਨ, ਇਹਦੇ ਉਪਦੇਸ਼ 'ਤੇ ਅਮਲ ਕਰਨ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਵਾਹਿਗੁਰੂ ਜੀ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਹੇ ਸਤਿਗੁਰੂ ਦੇ ਪਿਆਰੇ ਗੁਰ ਸਿੱਖੋ ਆਵੋ। ਇੱਥੇ ਹੁਣ ਪਿਆਰੇ ਸ਼ਬਦ ਕਿਹਾ, ਜਿਹੜਾ ਪਿਆਰਾ ਉਹੀ ਆਓ, ਅਤੇ ਜਿਹ 'ਚ ਪਿਆਰੇ ਹੈ ਨਹੀਂ ਉਹਨੂੰ ਆਉਣਾ ਕਿੱਥੋਂ? ਪਹਿਲੀ ਗੱਲ ਤਾਂ ਆਉਂਦਾ ਹੀ ਨਹੀਂ। ਜੇ ਆ ਗਿਆ ਮਨ ਨਹੀਂ ਟਿਕਣਾ, ਜਾਂ ਘੁੰਮ ਘੁਮਾ ਕੇ ਘਮੇਟਾ ਕੱਢ ਕੇ ਚੱਲ ਜਾਊਗਾ। ਆਵੋ ਸਿੱਖ, ਹੇ ਸਿੱਖਿਆ ਨੂੰ ਧਾਰਨ ਵਾਲੇ ਪਿਆਰੇ ਗੁਰ ਸਿੱਖੋ, ਗੁਰੂ ਕੀ ਸੰਗਤ ਵਿੱਚ ਆਉਣਾ ਕਰੋ। ਗਾਵੋ ਸੱਚੀ ਬਾਣੀ। ਇੱਥੇ ਆ ਕੇ ਨਿੰਦਿਆ ਚੁਗਲੀਆਂ ਨਹੀਂ ਕਰਨੀਆਂ, ਚੋਰੀਆਂ ਜਾਰੀਆਂ ਬਦਮਾਸ਼ੀਆਂ ਨਹੀਂ ਕਰਨੀਆਂ। ਇੱਥੇ ਆ ਕੇ ਕਿਸੇ ਦਾ ਬੁਰਾ ਨਹੀਂ ਸੋਚਣਾ, ਸਭ ਦਾ ਭਲਾ ਸੋਚਣਾ, ਝੂਠ ਸੱਜਣਾ, ਸੱਚ ਨੂੰ ਗ੍ਰਹਿਣ ਕਰਨਾ, ਝੂਠ ਦਾ ਤਿਆਗ ਕਰਨਾ, ਅਤੇ ਸੱਚੇ ਸਤਿਗੁਰਾਂ ਦੀ ਜਿਹੜੀ ਬਾਣੀ ਹੈ
ਉਹ ਗਾਉਣੀ ਹੈ। ਉਹ ਬਾਣੀ ਦਾ ਪਠਨ ਪਾਠਨ ਕਰਨਾ ਹੈ। ਬਾਣੀ ਤਾ ਗਾਵਹੁ ਗੁਰੂ ਕੇਰੀ। ਜਿਹੜੀ ਗੁਰੂ ਦੀ ਬਾਣੀ ਹੈ, ਇਹ ਨਹੀਂ ਵੀ ਇੱਥੇ ਆ ਕੇ ਮੋਬਾਈਲ ਲਾ ਕੇ ਤੇ ਨਕਲੀਆਂ ਨੇ ਨਕਲਾਂ ਦੇਖੀ ਚਲੀਏ ਜਾਂ ਗੇਮਾਂ ਖੇਡੀ ਚਲੀਏ। ਆ ਕਈ ਵਾਰੀ ਦੇਖਿਆ ਨਗਰ ਕੀਰਤਨ ਹੋ ਤੇ ਉੱਥੇ ਉਹ ਬੈਠੇ ਹੋਏ ਮੋਬਾਈਲ ਦੇ ਉੱਤੇ ਦੂਏ ਸੂਨ ਦੇਖੀ ਜਾਣਗੇ। ਅੰਦਰ ਭਾਵਨਾ ਭੈ ਨਹੀਂ ਹੈ। ਗੁਰਦੁਆਰਿਆਂ ਜਾ ਕੇ ਇਵੇਂ ਕਰੀ ਜਾਣਗੇ। ਉਹ ਜਿਹੜਾ ਸੁਭਾਅ ਬਣਿਆ ਹੋਇਆ ਨਾ, ਉਹ ਰੱਸਾ ਚੱਬਣ ਦਾ ਜਾਂਦਾ ਨਹੀਂ ਨਾ। ਇੱਥੇ ਆ ਕੇ ਵੀ ਇਵੇਂ ਕਰੀ ਜਾਣਗੇ। ਆ ਦੇਖ ਲਿਓ ਪਰਖ ਕੇ ਤੁਸੀਂ ਇੱਥੇ ਆ ਕੇ ਕੀ ਕਰਨਾ ਹੈ। ਗਾਵਹੁ ਸੱਚੀ ਬਾਣੀ। ਇਹ ਝੂਠੀਆਂ ਬਾਣੀਆਂ ਛੱਡ ਕੇ ਨਾ ਇਹ ਸੱਚੇ ਦੀ ਬਾਣੀ ਗਾਉਣੀ ਹੈ। ਬਾਣੀ ਤਾ ਗਾਵਹੁ ਗੁਰੂ ਕੇਰੀ। ਜਿਹੜੀ ਗੁਰੂ ਦੀ ਬਾਣੀ, ਗੁਰੂ ਦੇ ਸ਼ਬਦ ਆ, ਗੁਰੂ ਨੇ ਉਪਦੇਸ਼ ਦਿੱਤਾ, ਉਸ ਬਾਣੀ ਨੂੰ ਗਾਉਣਾ। ਉਸ ਬਾਣੀ ਦੁਆਰਾ ਆਪਣੇ ਜੀਵਨ ਦੀ ਵਿਚਾਰ ਕਰਨੀ। ਅਸੀਂ ਕਿੰਨੇ ਕੁ ਪਾਣੀ 'ਚ ਕਿੱਥੇ ਕੁ ਖਲੋਤੇ ਹਾਂ। ਬਾਣੀ ਕੀ ਕਹਿੰਦੀ, ਅਸੀਂ ਕੀ ਕਰ ਰਹੇ ਹਾਂ। ਇੱਥੇ ਆ ਗਏ, ਸ਼ਰਾਬ ਪੀਤੀ, ਮੂੰਹ 'ਚ ਬੋ ਆ ਰਹੀ ਹੈ, ਚਿੱਟੇ ਦਾ ਧੂੰਆਂ ਲੈ ਕੇ ਆਇਆ, ਜਰਦਾ ਫੱਕ ਕੇ ਆਇਆ। ਬਾਣੀ ਦਾ ਕਹਿੰਦੀ ਸੀ ਪਾਨ ਸੁਪਾਰੀ ਖਾਧੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜਾਂ ਪਕੜ ਚਲਾਈਆਂ। ਤੂੰ ਕੀ ਕਰ ਰਿਹਾ। ਬਾਣੀ ਦੇ ਕਹਿ ਰਹੀ ਸੀ ਨਾ, ਤੂੰ ਪੁੱਠੇ ਕੰਮ ਕਰ ਰਿਹਾ ਸਾਰੇ। ਬਾਣੀ ਜਿਹੜੀ ਹੈ, ਗੁਰੂ ਦੀ ਬਾਣੀ ਗਾਉਣੀ, ਵਿਚਾਰਨੀ। ਜੋ ਛੱਡਣ ਲਈ ਕਹਿ ਰਹੀ ਉਹ ਕੋਈ ਛੱਡਣਾ, ਜੋ ਗ੍ਰਹਿਣ ਕਰਨ ਲਈ ਕਹਿ ਰਹੀ ਹੈ ਉਸ ਚੀਜ਼ ਨੂੰ ਗ੍ਰਹਿਣ ਕਰਨਾ ਹੈ। ਬਾਣੀਆਂ ਸਿਰ ਬਾਣੀ। ਇਹ ਬਾਣੀਆਂ ਦੀ ਸਿਰ ਸ਼੍ਰੋਮਣੀ ਸਰਤਾਜ ਬਾਣੀ ਹੈ। ਕਿਉਂ? ਮਨੁੱਖਾਂ ਦੀਆਂ ਰਚਨਾਵਾਂ ਵਿੱਚ ਕਮੀਆਂ ਹੁੰਦੀਆਂ। ਇਹ ਕਰਤੇ ਪੁਰਖ ਦੀ ਬਾਣੀ ਹੈ, ਨਿਰੰਕਾਰ ਦੀ ਬਾਣੀ ਹੈ। ਬਾਣੀ ਮਹਾਂਪੁਰਖਨ ਕੀ ਮਨੈ ਉਤਾਰਨ ਮਾਨ ਕੋ। ਇਹ ਮਨ ਦਾ ਮਾਣ ਹੰਕਾਰ ਦੂਰ ਕਰਨ ਵਾਲੀ ਹੈ। ਔਰ ਇਸ ਕਰ ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕੋ। ਇਹਦਾ ਅਕਾਲ ਪੁਰਖ ਦਾ ਸਰੂਪ ਔਰ ਮਨ ਨੂੰ ਟਿਕਾਉਣ ਦਾ ਸਾਧਨ ਹੈ। ਗੁਰ ਕਾ ਸ਼ਬਦ ਮੰਨਿਆ ਸੰਮਨ। ਕਈ ਕਹਿੰਦੇ ਮਨ ਨਹੀਂ ਜੀ ਟਿਕਦਾ। ਹੁਣ ਮਨ ਟਿਕਾਉਣ ਵਾਲੀ ਚੀਜ਼ ਇਹ ਹੈ ਨਹੀਂ, ਤੁਹਾਡੇ ਕੋਲ ਟਿਕੇ ਕਿਵੇਂ। ਹੁਣ ਸਿਰ ਦਾ ਉਹਦਾ ਹੋਊ ਤਾਂ ਇੰਨਾ ਸਿੰਧੀ ਗੋਲੀ ਖਾਣੀ ਪਊਗੀ ਨਾ, ਫੇਰ ਹੀ ਸਿਰ ਹਟੂ। ਤੇ ਇਸ ਤਰ੍ਹਾਂ ਮਨ ਦੀ ਚੰਚਲਤਾ ਦੂਰ ਕਰਨ ਵਾਲੀ ਗੁਰੂ ਦੀ ਬਾਣੀ ਹੈ। ਗੁਰੂ ਦਾ ਸ਼ਬਦ ਹੈ, ਗੁਰੂ ਦਾ ਉਪਦੇਸ਼ ਹੈ। ਇਹਦੀ ਕਮਾਈ ਕਰਨੀ ਪੈਣੀ ਹੈ, ਫਿਰ ਮਨ ਨੇ ਟਿਕਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਬਾਣੀ ਗਾਉਣੀ ਆ, ਪੜ੍ਹਨੀ ਆ, ਵਿਚਾਰਨੀ ਆ, ਧਾਰਨ ਕਰਨੀ ਆ। ਜਿਵੇਂ ਸ਼ੀਸ਼ੇ 'ਚ ਮੂੰਹ ਦੇਖ ਕੇ ਸਾਬਣ ਪਾਣੀ ਨਾਲ ਮੈਲ ਧੋਈ ਦੀ ਆ ਨਾ, ਬਾਣੀ ਇੱਕ ਐਸਾ ਸ਼ੀਸ਼ਾ ਸਾਡੇ ਔਗਣਾਂ ਨੂੰ ਸਾਹਮਣੇ ਲਿਆ ਦਿੰਦਾ। ਇਹ ਉਪਦੇਸ਼ ਰੂਪੀ ਜਲ ਪ੍ਰੇਮ ਦਾ ਸਾਬਣ ਲੈ ਕੇ ਆਪਣਾ ਮਨ ਬਾਣੀ ਸਰੀਰ ਸ਼ੁੱਧ ਪਵਿੱਤਰ ਕਰਨਾ ਹੈ। ਜਿਨ ਕਉ ਨਦਰ ਕਰਨ ਹੋਵੈ। ਜਿਹਦੇ ਤੇ ਉਹਦੀ ਨਜ਼ਰ ਹੁੰਦੀ ਹੈ। ਨਜ਼ਰ ਕਿਹਦੇ ਤੇ ਹੋਊਗੀ? ਜਿਹੜਾ ਹੁਕਮ ਮੰਨੇਗਾ। ਉਹਦੀ ਨਜ਼ਰ ਬਖਸ਼ਿਸ਼ ਕਰਮ ਲੈਣ ਵਾਸਤੇ ਫਿਰ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਦਾ ਜੀਵਨ ਪੜ੍ਹ ਲਿਓ। ਕਿਵੇਂ ਨਜ਼ਰ ਹੋਈ ਹੈ। ਦੁਨੀਆ ਦੀਆਂ ਨਜ਼ਰਾਂ ਤਾਂ ਬਹੁਤ ਮਾੜੀਆਂ ਸੀ ਨਾ।
ਇਹ ਤਾਂ ਰਾਤ ਵੀ ਤੌੜੀ ਰੱਖ ਦਿਓ, ਸਾਗ ਵਾਲੀ ਟੁੱਟੀ ਉਹ ਨਜ਼ਰ ਹਟ ਜੂ, ਜਾਂ ਟਰੱਕ ਦੇ ਛਿੱਤਰ ਬੰਨ੍ਹ ਦਿੱਤਾ, ਜਾਂ ਛਿੱਤਰ ਦੀ ਫੋਟੋ ਬਣਾਤੀ ਵੀ ਨਜ਼ਰ ਨਾ ਲੱਗ ਜਾਏ, ਜਾਂ ਲਿਖਤਾ ਨਜ਼ਰ ਵਾਲਿਆ ਤੇਰਾ ਮੂੰਹ ਕਾਲਾ। ਆਹ ਹੀ ਕੁਝ ਹੁੰਦਾ ਨਾ, ਕਿ ਜਿਹੜੀ ਤੌੜੀ ਸਾਗ ਰਿੰਨਣ ਜੋਗੀ ਨਹੀਂ ਤੇ ਤੇਰੀ ਹੁਣ ਨਜ਼ਰ ਕਿਵੇਂ ਹਟਾ ਦੂ। ਦੁਨੀਆ ਤੇ ਇੱਥੇ ਇੱਕ ਖੜੀ ਹੈ। ਦੁਨੀਆ ਦੀ ਨਜ਼ਰ ਕਿਹੋ ਜਿਹੀ ਸੀ? ਦੇਖੋ ਜੀ, ਇਹ ਟੁੱਕ ਖਾਣ ਵਾਸਤੇ ਰੋਟੀ ਨਹੀਂ ਮਿਲਦੀ, ਇੱਥੇ ਗੁਰੂ ਅੰਗਦ ਸਾਹਿਬ ਕੋਲ ਧੱਕੇ ਖਾ ਰਿਹਾ, ਥੋੜ੍ਹਾ ਬਕਵਾਸ ਕਰਦੇ ਸੀ। ਦੁਨੀਆ ਦੀ ਨਜ਼ਰ ਇਹੋ ਜਿਹੀ ਸੀ। ਪਰ ਉਹਨੇ ਮਾਤਰ ਪਿੱਤਰ ਤਿਆਗ ਕੇ ਪ੍ਰੀਤ ਚਰਨ ਕਬੀਰਾ, ਲੋਕ ਲਾਜ ਤਿਆਗ ਕੇ ਨਾ ਗੁਰੂ ਦੇ ਚਰਨਾਂ ਦੀ ਪ੍ਰੀਤ ਧਾਰੀ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਇਹ ਲੋਕ ਕੀ ਬਕਵਾਸ ਕਰਦੇ, ਇੱਧਰ ਧਿਆਨ ਹੀ ਨਹੀਂ, ਬਹੁਤ ਤੁਰੇ ਜਾ ਰਿਹਾ। ਜੇ ਡਰਾਈਵਰੀ ਕਰਨੀ ਜੇ ਦੇਣੇ ਵਾਏ ਫਿਰ ਤਾਂ ਐਕਸੀਡੈਂਟ ਹੋਊਗਾ ਨਾ। ਜਿਹਨੇ ਕਿਸੇ ਮੰਜ਼ਿਲ 'ਤੇ ਪਹੁੰਚਣਾ ਫਿਰ ਤੁਰਿਆ ਜਾਂਦਾ ਨੱਕ ਦੀ ਸਿਹਤ। ਬਸ ਉਹ ਤੁਰੇ ਜਾ ਰਹੇ, ਪਰਵਾਹ ਨਹੀਂ ਕੀਤੀ ਦੁਨੀਆ ਦੀ। ਬਸ ਸੇਵਾ ਕਰ ਕਰਕੇ, ਸਿਮਰਨ ਕਰ ਕਰਕੇ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਨੂੰ ਪ੍ਰਸੰਨ ਕਰ ਲਿਆ। ਜਦੋਂ ਮਹਾਰਾਜ ਪ੍ਰਸੰਨ ਹੋ ਗਿਆ ਤਾਂ ਉਹਨਾਂ ਦੀ ਮਿਹਰ ਦੀ ਨਜ਼ਰ ਹੋ ਗਈ। ਜਦੋਂ ਮਿਹਰ ਦੀ ਦ੍ਰਿਸ਼ਟੀ ਹੋਈ, ਨਾਲੇ ਬਖਸ਼ਾਂ ਕਰ ਦਿੱਤੀਆਂ। ਧੰਨ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਬਣਾ ਦਿੱਤਾ। ਜਿਨ ਕੋ ਨਦਰ ਕਰਮ, ਜਿਨ੍ਹਾਂ 'ਤੇ ਮਿਹਰ ਦੀ ਨਜ਼ਰ ਹੋਈ, ਕਰਮ ਨਾਲ ਹੀ ਬਖਸ਼ਿਸ਼ ਹੋ ਜਾਂਦੀ ਹੈ। ਹਿਰਦੈ ਤਿਨਾ ਸਮਾਣੀ, ਉਹਨਾਂ ਦੇ ਹਿਰਦੇ ਵਿੱਚ ਬਾਣੀ ਸਮਾਉਂਦੀ ਹੈ। ਮੀਂਹ ਕਿੰਨਾ ਪਈ ਹੈ, ਪੱਥਰ ਹੀ ਹੈ ਨਾ। ਮਨਮੁਖ ਜਿਹੜਾ ਉਹ ਪੱਥਰ ਦੀ ਨਹੀਂ। ਪੱਥਰ ਕਿੰਨੇ ਸਦੀਆਂ ਪਰ ਦਰਿਆਵਾਂ 'ਚ ਪਏ ਰਹਿੰਦੇ, ਬਾਹਰ ਕੱਢੋ ਸੁੱਕੇ ਦੇ ਸੁੱਕੇ, ਅਸਰ ਨਹੀਂ ਨਾ। ਜਿਹੜਾ ਮਨਮੁਖ ਆ ਉਹਦੀ ਤਾਂ ਇਹੋ ਜਿਹੀ ਹਾਲਤ, ਕੋਈ ਅਸਰ ਨਹੀਂ। ਅਤੇ ਜਿਹੜਾ ਗੁਰਮੁਖ ਆ ਉਹ ਤਾਂ ਫਿਰ ਜਿਵੇਂ ਕਬੀਰ ਜੀ ਕਹਿੰਦੇ ਨਾ, ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਾਹ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਫਿਰ ਤਾਂ ਹੂੰ ਹੰਗ ਤਾਲਾ ਭਾਮ ਤਾਂ ਰਿਹਾ ਹੀ ਨਹੀਂ। ਇੱਥੇ ਕਹਿੰਦੇ ਕਹਿੰਦੇ ਹੂੰ ਮੇਰੇ ਵਰਗਾ ਪਾਉਣਾ, ਬੜੀ ਹਉਮੈ ਦੀ ਡੀਂਗ ਮਾਰਦਾ, ਨੱਕ 'ਤੇ ਮੱਖੀ ਨਹੀਂ ਬਹਿਣ ਦਿੰਦਾ। ਉਹ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਦੁਰਯੋਧਨ ਨੂੰ, ਜਾ ਬਈ ਕੋਈ ਬੁਰਾ ਬੰਦਾ ਭੱਜ ਕੇ ਲਿਆ। ਦੋਏ ਨੂੰ, ਯੁਧਿਸ਼ਠਰ ਨੂੰ, ਦੁਰਯੋਧਨ ਨੂੰ ਤੂੰ ਚੰਗਾ ਲੱਜ ਲਿਆ। ਦੋਨੋਂ ਤੁਰ ਪਏ। ਦੁਰਯੋਧਨ ਤਾਂ ਪੂਰਾ ਹੰਕਾਰੀ, ਦੁਰਯੋਧਨ ਸੇ ਮਾਨਧਾਰੀ, ਬਹੁਤਾ ਹੀ ਮਾਨੀ ਸੀ ਇਹ। ਦਿੱਲੀ ਤੋਂ 48 ਕੋਆ ਕੁਰੂਕਸ਼ੇਤਰ, ਅਤੇ ਮਾਂ ਕੋਲੋਂ ਆਇਆ ਲੜਾਈ ਕਰਨ, ਅਤੇ ਗਲੀਚੇ ਮੂਹਰੇ ਵੇਚਦੇ ਜਾਂਦੇ, ਛਤਰ ਚੌਰ ਝੁੱਲਦੇ ਆ ਰਹੇ, ਇੰਨਾ ਮਾਨੀ ਸੀ ਦੁਰਯੋਧਨ। 12 ਜੋਜਨ ਛਤਰ ਚਲਿਆ ਥਾ ਦੇਹੀ ਗਿਰ, ਇੰਨਾ ਮਾਨੀ ਸੀ ਇਹ ਘੁੰਮਿਆ ਆ ਗਿਆ। ਕਹਿੰਦਾ ਮੇਰੇ ਵਰਗਾ ਚੰਗਾ ਕੌਣ, ਤਾਂ ਹੀ ਮੈਂ ਬਾਦਸ਼ਾਹ ਬਣਿਆ, ਐਵੇਂ ਥੋੜ੍ਹੀ ਬਣ ਗਿਆ। ਅਤੇ ਯੁਧਿਸ਼ਠਰ ਨੂੰ ਘੁੰਮਾ ਕੇ ਆ ਗਿਆ। ਬੁਰਾ ਜੋ ਦੇਖਣ ਮੈਂ ਚੱਲਾ, ਬੁਰਾ ਨਾ ਦਿਸੈ ਕੋਏ, ਜਬ ਆਪਾ ਪਰ ਕਾ ਦੇਖਿਆ, ਮੁਝਸੇ ਬੁਰਾ ਨਾ ਕੋਈ। ਕਹਿੰਦਾ ਮੇਰੇ ਨਾਲ ਬੁਰਾ ਕੋਈ ਹੈ ਹੀ ਨਹੀਂ। ਜਿਹੜਾ ਚੰਗਾ ਬੰਦਾ ਦੇ ਲਓ ਕਿੱਥੇ ਖੜਾ। ਅਤੇ ਇਸ ਤਰ੍ਹਾਂ ਅੱਜ ਦਾ ਸੰਸਾਰ ਆਪਸ ਕੋ ਧੀਰੇ ਕਰ ਜਾਣਾ, ਔਰਨ ਕੋ ਲਗ ਮਾਤ, ਆਪਣੇ ਨੂੰ ਤਾਂ ਬਹੁਤ ਵੱਡਾ ਸਮਝਦੇ। ਬ੍ਰਹਮਾ ਦੇ ਵੀ ਦਾਦੇ ਪੜਦਾਦੇ ਬਣੇ ਬੈਠੇ, ਇੰਨੇ ਹੰਕਾਰ ਨਾਲ ਭਰੇ ਹੋਏ, ਅਤੇ ਦੂਜੇ ਨੂੰ ਸਮਝਦੇ ਪਏ ਹੈ ਹੀ ਕੁਝ ਨਹੀਂ, ਇਹ ਕੀੜਿਆਂ ਕਾੜਿਆਂ ਨੂੰ ਵੀ ਭੈੜਾ। ਇਹ ਅੱਜ ਦੇ ਲੋਕਾਂ ਦੀ ਹਾਲਤ ਬਣੀ ਹੋਈ। ਪਾਤਸ਼ਾਹ ਦੱਸਦੇ ਹਨ ਵੀ ਹਿਰਦੇ 'ਚ ਕਿਹਨਾਂ ਦੇ ਸਮਾਉਂਦੀ ਹੈ, ਜਿੱਥੇ ਨਿਮਰਤਾ ਗਰੀਬੀ ਆ ਜਾਂਦੀ।
ਜਿਹੜੇ ਬ੍ਰਿਕਸ਼ ਨੂੰ ਫਲ ਲੱਗ ਜਾਂਦੇ ਨਾ, ਕਿੰਨੇ ਮਰਜ਼ੀ ਟੰਬੇ ਅੜਾਈ ਚਲੋ ਟਾਣੇ ਥੱਲੇ ਥੱਲੇ ਨੂੰ ਆਊ, ਅਤੇ ਬਾਂਸ ਨੂੰ ਲੱਗਦਾ ਕੋਈ ਨਹੀਂ, ਐਂ ਆਕੜਿਆ ਰਹੂਗਾ। ਜਿਨ੍ਹਾਂ ਦੇ ਪੱਲੇ ਕੁਝ ਨਹੀਂ ਨਾ, ਬਸ ਫੂੰ ਜ਼ਿਆਦਾ ਕਰਨਗੇ, ਹੰਕਾਰ ਜ਼ਿਆਦਾ। ਕਦੀ ਜਿਹਨੇ ਗੁਰਦੁਆਰੇ ਇੱਕ ਧੇਲਾ ਨਹੀਂ ਦਿੱਤਾ ਹੁੰਦਾ, ਗੱਲਾਂ ਉਹ ਕਰਨਗੇ। ਅਤੇ ਜਿਹੜੇ ਦਾਨ ਕਰਨ ਵਾਲੇ ਉਹਦਾ ਵੀ ਬੋਲਦੇ ਹੀ ਨਹੀਂ, ਕਈ ਦੱਸਦੇ ਹੀ ਨਹੀਂ ਗੁਪਤ ਦਾਨੀ, ਦੱਸਦੇ ਜਾਂ ਨਹੀਂ। ਹਾਂਜੀ, ਐਸੇ ਪ੍ਰੇਮੀ ਆ। ਕੀਰਤਪੁਰ ਸਾਹਿਬ ਇੱਕ ਵਾਰੀ ਉਹ ਟਰੱਕ ਲੱਦਿਆ, ਚਾਬੀਆਂ ਵਿੱਚ ਹੀ, ਕਾਗਜ਼ ਸਾਰੇ ਵਿੱਚ, ਅਤੇ ਬਾਬਾ ਸੇਵਾ ਹੁੰਦੇ ਨਾਂ ਕਰਕੇ ਉੱਥੇ ਖੜ੍ਹਾ ਕਰਕੇ ਕਾਰ ਸੇਵਾ ਵਾਲਿਆਂ ਦੇ। ਕਈ ਐਸੇ ਦੇ ਲੋ ਪ੍ਰੇਮੀ ਦੱਸਦੇ ਵੀ ਹੈ ਨਹੀਂ। ਅਤੇ ਜਿਹੜੇ ਉਹੋ ਜਿਹੇ ਆ ਪਹਿਲਾਂ ਤਾਂ ਕਰਦੇ ਹੀ ਨਹੀਂ, ਜੇ ਕਰਨਗੇ ਨਾ ਕਲੋਕ ਦੇ ਦਿੱਤਾ, ਸਾਰੇ ਟੱਬਰ ਦੇ ਨਾਂ ਲਿਖਾ ਦੇਣੇ, ਪੱਖਿਆਂ 'ਤੇ ਸਾਰਿਆਂ ਦੇ ਨਾਂ। ਅਤੇ ਜੇ ਕਿਤੇ ਪੱਖਾ ਖਰਾਬ ਹੋ ਗਿਆ, ਗਿਆਨੀ ਜੀ ਨੇ ਲਾ ਤਾ, ਸਾਡਾ ਪੱਖਾ ਕਿੱਥੇ ਆ? ਪਰਾਂ ਦੇ ਉੱਤੇ ਪਹਿਲਾਂ ਸਾਡੇ ਨਿਆਣੇ ਜਿਹੜੇ ਹਵਾ ਲੈਣ, ਸੰਗਤ ਨੂੰ ਬਾਅਦ 'ਚ ਆਵੇ, ਸਾਰੇ ਟੱਬਰ ਦੇ ਨਾਂ ਲਿਖਾ ਦੇਣੇ ਉੱਤੇ, ਆਪਣੇ ਵੀ ਤੂੰ ਹੁਣ ਗੁਰਦੁਆਰੇ ਚੜ੍ਹਾ ਗਿਆ, ਹਾਲੇ ਤੇਰਾ ਹੀ ਰਿਹਾ, ਮਿਹਰ ਛੱਡੀ ਨਹੀਂ। ਗੱਜ ਕੇ ਬੋਲੋ। ਦੇਖ ਲਓ ਹਉਮੈ ਦਾ ਬੀਜ ਕਿਹੋ ਜਿਹਾ ਹੈ। ਪਾਤਸ਼ਾਹ ਦੱਸਦੇ ਆ ਕਿਹਨਾਂ ਦੇ ਹਿਰਦੇ 'ਚ ਸਮਾਉਂਦੀ ਹੈ? ਜਿੱਥੇ ਨਿਮਰਤਾ, ਹਉਮੈ ਹੰਕਾਰ ਵਾਲਾ ਭਾਵ ਦੂਰ ਹੋ ਜਾਂਦਾ ਹੈ। ਪੀ ਲਹੁ ਅੰਮ੍ਰਿਤ ਸਦਾ ਰਹੋ ਹਰਿ ਰੰਗ। ਇਹ ਨਾਮ ਰੂਪੀ ਅੰਮ੍ਰਿਤ ਪੀਓ, ਅੱਖਾਂ ਰੂਪੀ ਦੋਨਿਆਂ ਨਾਲ ਦਰਸ਼ਨ ਰੂਪੀ, ਅਤੇ ਕੰਨਾਂ ਦੇ ਨਾਲ ਉਪਦੇਸ਼ ਰੂਪੀ, ਅਤੇ ਬਾਣੀ ਪੜ੍ਹਨਾ ਰਸਨਾ ਦੁਆਰਾ ਇਸ ਅੰਮ੍ਰਿਤ ਨੂੰ ਪੀਣਾ ਕਰੋ। ਸਦਾ ਰਹੋ ਹਰਿ ਰੰਗ। ਫਿਰ ਤੁਸੀਂ ਸਦਾ ਹਰੀ ਦੇ ਰੰਗ ਵਿੱਚ ਰੰਗੇ ਰਹੋਗੇ। ਫੇਰ ਨਹੀਂ ਉਹ ਰੰਗ ਉਤਰਨਾ। ਫੇਰ ਤਾਂ ਦੇਖ ਲਓ ਕਿਵੇਂ ਬੰਦ ਘੱਟ ਹੋ ਰਿਹਾ, ਆਰਾ ਫਿਰ ਰਿਹਾ, ਦੇਗ ਚੁੱਬਲ ਰਿਹਾ, ਰੰਗ ਉਤਰਿਆ? ਇਹ ਨਹੀਂ ਰੰਗ ਉਤਰਦਾ। ਐਸਾ ਗੂੜਾ ਮਜੀਠੀ ਰੰਗ ਹੈ। ਜਪਿਓ ਸਾਰਿਗ ਪਾਣੀ। ਸਾਰੰਗ ਪਾਣੀ, ਜਿਸ ਨੇ ਪਾਣ ਹੱਥਾਂ ਵਿੱਚ ਸਾਰੰਗ ਧਨੁਸ਼ ਨੂੰ ਧਾਰਿਆ ਹੋਇਆ, ਉਸ ਅਕਾਲ ਪੁਰਖ ਜੋ ਦੈਂਤਾਂ ਦਾ ਨਾਸ ਕਰਨ ਵਾਲਾ, ਬਾਹਰ ਦਿਆਂ ਦਾ ਵੀ ਅੰਦਰ ਦਿਆਂ ਦਾ ਵੀ, ਉਹਦੇ ਨਾਮ ਨੂੰ ਜਪਣਾ ਕਰੋ। ਕਿਸੇ ਗੀਦੀ ਮਨੁੱਖ ਦੀ ਪੂਜਾ ਕਰੋਗੇ ਅਤੇ ਤੁਹਾਡੀ ਰੱਖਿਆ ਕਿੱਥੋਂ ਕਰੂ? ਆਹ ਥੋੜ੍ਹੇ ਜਾ ਟੱਲ ਖੜਕਾਉਂਦੇ ਸੀ, ਅਤੇ ਜ਼ਿਲ੍ਹੇ ਔਰੰਗਜ਼ੇਬ ਨੇ ਸ਼ੇਰ ਅਫਗਾਨ ਖਾਨ ਨੂੰ ਕਿਹਾ, ਕੋਈ ਦੇਵੀ ਕੋਈ ਦੇਵਤਾ ਜਿਨ੍ਹਾਂ ਨੂੰ ਮੋਹਨ ਭੋਗ ਰੋਜ਼ ਲਿਆਉਂਦੇ ਸੀ, ਕੋਈ ਸਹਾਇਤਾ ਲਈ ਆਇਆ? ਫੇਰ ਤਾਂ ਜੀ ਨੌਵਾਂ ਪਾਤਸ਼ਾਹ ਉਦੋਂ ਚੇਤੇ ਆਇਆ, ਹੁਣ ਤਾਂ ਫਿਰ ਮੱਖਵਾਲਾ ਅਨੰਦਪੁਰ ਚੱਲੀਏ। ਫਿਰ ਉਹ ਜਿੰਨੇ ਪੰਡਿਤ ਸੀ 900 ਦਾ ਡੈਪੂਟੇਸ਼ਨ ਫਿਰ ਆਇਆ, ਇਕੱਲੇ ਕਸ਼ਮੀਰ ਦੇ ਨਹੀਂ, ਸਾਰੇ ਹਿੰਦੁਸਤਾਨ ਦੇ ਵਿਦਵਾਨਾਂ 'ਚੋਂ ਸ਼੍ਰੋਮਣੀ ਸੀ ਇਹ। ਇਹਨਾਂ ਦੇ ਲੀਡਰ ਸੀ ਕਿਰਪਾਚਾਰ ਅਤੇ ਸੁਪੂਰਨ ਦਾਸ। ਇਹ ਫੇ ਆਏ, ਉਹ ਜਿੱਥੇ ਟੱਲੀਆਂ ਰੋਜ਼ ਖੜਕਾਉਂਦੇ ਸੀ, ਕੋਈ ਸਹਾਇਤਾ ਨਹੀਂ ਆਇਆ। ਜਿਲੇ ਉੱਧਰ ਬਾਬਰ ਆਇਆ, ਆਹ ਧਾਗਾ ਬੰਨ੍ਹਦੇ ਜੀ ਤੋਪ ਨਾਲ, ਮੰਤਰ ਪੜ੍ਹਾਂਗੇ ਅੰਨੇ ਹੋ ਜਾਣਗੇ, ਤੋਪ ਦਾ ਮੂੰਹ ਬੰਦ ਹੋ ਜਾਊਗਾ। ਬੜੇ ਲਾਰੇ ਲੱਪੇ ਲਾਉਂਦੇ ਰਹੇ, ਜਿਲੇ ਠਾਹ ਗੋਲੇ ਨਿਕਲੇ। ਪਾਤਸ਼ਾਹ ਕਹਿੰਦੇ ਕੋਈ ਮੁਗਲ ਨਾ ਅੰਧਾ ਹੋਆ, ਕਿਨੇ ਨਾ ਪਰਚਾ। ਨਾ ਤਾਂ ਉਹ ਕੋਈ ਅੰਨੇ ਹੋਏ, ਨਾ ਕਿਸੇ ਨੇ ਪਰਚਾ ਪ੍ਰੇਮ ਦਾ ਲਾਇਆ। ਉੱਥੇ ਤਾਂ ਫਿਰ ਦੇਖ ਲਓ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ ਨ ਦੇਈ, ਕਰਤਾ ਜੰਮ ਕਰ ਮੁਗਲ ਚੜਾਇਆ। ਕੋਈ ਅੰਨਾ ਨਹੀਂ ਹੋਇਆ, ਕੋਈ ਤੋਪ ਦਾ ਮੂੰਹ ਬੰਦ ਨਹੀਂ ਹੋਇਆ, ਕੋਈ ਦੇਵੀ ਸਹਾਇਤਾ ਲਈ ਨਹੀਂ ਆਈ।
ਕੋਈ ਦੇਵਤਾ ਸਹਿਤ ਹਾਲੇ ਨਹੀਂ ਆਇਆ। ਉੱਥੇ ਤਾਂ ਫਿਰ ਧੰਨ ਗੁਰੂ ਨਾਨਕ ਸਾਹਿਬ ਬੋਲੇ, ਸੱਚ ਕੀ ਬਾਣੀ ਨਾਨਕ ਬੋਲੇ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਜੈਸੀ ਮੁਆਵ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਤਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਬਾਬਾ ਜੀ ਬੋਲੇ ਨਾ, ਨਹੀਂ ਤਾਂ ਦੇ ਲਓ ਕੋਈ ਨਹੀਂ ਕੁਛ ਕਿਹਾ। ਸੋ ਇਸ ਵਾਸਤੇ ਇਹ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਕਿਰਪਾ ਕਰਦੇ ਹਨ। ਜਪਿਓ ਸਾਰਿਗ ਪਾਣੀ, ਉਹ ਜਿਹਦੇ ਹੱਥ ਵਿੱਚ ਸਾਰੰਗ ਧਨੁਸ਼ ਫੜਿਆ ਹੋਇਆ ਉਹਦਾ ਨਾਮ ਜਪਿਓ। ਤੇ ਜਿਹੜਾ ਗੁਰੂ ਵਿਚਾਰਾ ਆਪੇ ਜਾਨ ਲੁਕਾਉਂਦਾ ਫਿਰਦਾ, ਤੁਹਾਡੀ ਰੱਖਿਆ ਕਿੱਥੋਂ ਕਰੂਗਾ? ਤੇ ਮਹਾਰਾਜ ਦੇ ਤਿਆਰ ਪਰ ਤਿਆਰ ਰਹਿੰਦੇ ਨਾ ਹਰ ਵੇਲੇ। ਜਿਹੜੇ ਮਾਛੀਵਾੜੇ ਦੇ ਜੰਗਲਾਂ 'ਚ ਬਰਾਜੇ ਸੀ, ਕਿਹਾ ਸੀ ਤਾਰਿਆਂ ਦੀ ਸਿਹਤ, ਉਹ ਕੁਝ ਫਰਕ ਰਹਿ ਗਿਆ। ਜਿਹੜੇ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਆਏ ਤੇ ਦੇਖਿਆ ਵੀ ਮਹਾਰਾਜ ਬਰਾਜੇ। ਉਹਨਾਂ ਨੂੰ ਫਿਰ ਚਰਨਾਂ ਨੂੰ ਨਮਸਕਾਰ, ਤਲੀਆਂ ਨੂੰ ਥੋੜ੍ਹਾ ਜਿਹਾ ਝੱਸਿਆ ਕਿ ਮਹਾਰਾਜ ਇੱਕਦਮ ਮੈਂ ਉਹ ਧਨੁਸ਼ ਕਰ ਲਿਆ। ਕਹਿੰਦੇ ਮਹਾਰਾਜ ਤਾਂ ਤੁਹਾਡੇ ਦਾਸ ਹੀ ਆ। ਇੰਨੇ ਮਹਾਰਾਜ ਤਿਆਰ ਪਰ ਤਿਆਰ। ਉਸ ਵੇਲੇ ਵੀ ਪੂਰੇ ਸ਼ਸਤਰਾਂ ਦੇ ਨਾਲ ਲੈਸ ਸੀ ਦਸਵੇਂ ਪਾਤਸ਼ਾਹ, ਇਹ ਨਹੀਂ ਵੀ ਖਾਲੀ ਸਨ। ਸੋ ਇਸ ਕਰਕੇ ਉਹ ਜਿਹੜਾ ਹੱਥ ਵਿੱਚ ਧਨੁਸ਼ ਨੂੰ ਧਾਰਨ ਵਾਲਾ, ਤੀਰਾਂ ਨਾਲ ਪੱਥੇ ਭਰੇ ਆ, ਦੁਸ਼ਟ ਚੌਂਕੜੀ ਦਾ ਸਫਾਇਆ ਕਰਨ ਵਾਲਾ ਪਰਮੇਸ਼ਰ ਸਰਗੁਣ ਸਰੂਪ ਧਾਰ ਕੇ ਦੁਨੀਆ 'ਤੇ ਆਉਂਦਾ, ਉਹਦੇ ਨਾਮ ਨੂੰ ਜਪਣਾ ਕਰਿਓ। ਕਹੈ ਨਾਨਕ ਸਦਾ ਗਾਵੋ। ਪਾਤਸ਼ਾਹ ਕਹਿੰਦੇ ਆ, ਧੰਨ ਗੁਰੂ ਨਾਨਕ ਸਾਹਿਬ ਨੇ ਜੋ ਸਿਧਾਂਤ ਦਿੱਤਾ, ਇਹ ਬਾਣੀ ਦੀ ਬਖਸ਼ਿਸ਼ ਕੀਤੀ, ਸਦਾ ਵਾਸਤੇ ਇਸ ਬਾਣੀ ਨੂੰ ਗਾਉਣਾ ਕਰਿਓ। ਇਹ ਸੱਚੀ ਬਾਣੀ, ਇਹ ਸੱਚੀ ਆ ਬਾਣੀ। ਆ ਸਾਰੀ ਰਾਤ ਥੋੜਾ ਢੋਲ ਢਮਕਾ ਖੜਕਦਾ, ਨਾ ਕਿਸੇ ਨੂੰ ਸੌਣ ਦੇਣਾ, ਨਾ ਵਿਦਿਆਰਥੀਆਂ 'ਤੇ ਤਰਸ ਖਾਣਾ, ਨਾ ਦੇਖਣਾ ਗੁਆਂਢੀ ਦੇ ਨੌਜਵਾਨ ਪੁੱਤ ਮਰਿਆ, ਨਾ ਦੇਖਣਾ ਵੀ ਇਹਨੂੰ ਹਾਰਟ ਦੀ ਬਿਮਾਰੀ ਹੈ, ਜਾਂ ਬੰਦਿਆਂ ਨੇ ਦਿਨਾਂ ਉੱਠ ਕੇ ਕੰਮ 'ਤੇ ਵੀ ਜਾਣਾ। ਹੁਣ ਡਰਾਈਵਰ ਸੌਊਗਾ ਨਾ ਤੇ ਐਕਸੀਡੈਂਟ ਹੀ ਕਰੂਗਾ ਨਾ। ਇਹਨਾਂ ਨੂੰ ਨਹੀਂ ਆਪਣੇ ਡੈਕ ਲਾਉਣੇ ਆ ਸਾਰੀ ਰਾਤ ਦੇ ਤੇਰੇ ਦੀ। ਆ ਹੁਣ ਜਿਹੜੇ ਦੂਜੇ ਬੰਦੇ ਆ, ਇਹਨਾਂ ਨੇ ਬੰਨੇ ਹੋਏ ਆ, ਸ਼ਹਿਰ ਦੇ ਵਿੱਚ ਇੰਨਾ ਧਮੱਚੜ ਮਚਾਇਆ ਹੋਇਆ, ਇੰਨਾ ਰੌਲਾ ਪੈ ਰਿਹਾ, ਨਾ ਕਿਸੇ ਨੂੰ ਬਾਣੀ ਪੜ੍ਹਨ ਦੇਣੀ ਆ, ਨਾ ਕਿਸੇ ਨੂੰ ਸੌਣ ਦੇਣਾ। ਡੈਕ ਲਾਏ ਹੋਏ ਆ, ਇੰਨੀਆਂ ਉੱਚੀਆਂ ਆਵਾਜ਼ਾਂ ਛੱਡੀਆਂ ਆ, ਕੋਈ ਪੁੱਛਣ ਦੱਸਣ ਵਾਲਾ ਨਹੀਂ ਹੈ। ਇਸ ਵੇਲੇ ਅੰਧਾ ਧੁੰਦ ਪਈ ਹੋਈ ਹੈ। ਕਿਸ ਤਰ੍ਹਾਂ ਅਦਾਲਤਾਂ ਦੇ ਕਾਨੂੰਨ ਬਣੇ ਹੋਏ, ਧੱਜੀਆਂ ਅੜਾ ਰਹੇ ਲੋਕ ਸਾਰੀ ਰਾਤ ਦੇ ਤੇਰੇ ਦੀ। ਕੋਈ ਅਸੂਲ, ਕੋਈ ਧਰਮ ਨਹੀਂ। ਬਾਹਰਲੇ ਦੇਸਾਂ 'ਚ ਦੇ ਲਓ, ਕੋਈ ਆਵਾਜ਼ ਨਹੀਂ ਬਾਹਰ ਜਾਂਦੀ। ਜੇ ਕਾਨੂੰਨ ਹੈ ਉੱਤੇ ਅਮਲ ਹੈ, ਇੱਥੇ ਪੁੱਛਣ ਵਾਲਾ ਵੀ ਕੋਈ ਨਹੀਂ। ਉਹ ਗੱਲ ਬਣੀ ਹੋਈ ਹੈ, ਘਰ ਵਾਲਾ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ। ਜਾਂ ਘਰ ਦਾ ਕੋਈ ਮਾਲਕ ਹੀ ਨਹੀਂ ਤੇ ਫਿਰ ਇਹੀ ਹਾਲ ਹੁੰਦਾ। ਇਹ ਨਖਸਮਾ ਬਣਦਾ ਜਾ ਰਿਹਾ ਦੇਸ਼। ਜੇ ਕੋਈ ਮਾਲਕ ਹੋਵੇ ਤੇ ਕੋਈ ਸੁਣਾਈ ਹੋਵੇ, ਕੋਈ ਢੋਈ ਹੋਵੇ, ਇਸ ਤਰ੍ਹਾਂ ਦੀ ਦਸ਼ਾ ਬਣੀ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਬਾਣੀ ਦੁਆਰਾ ਕਿਰਪਾ ਕਰ ਕਰ ਹਰ ਪੱਖ ਤੋਂ ਸਾਨੂੰ ਸੋਝੀ ਦੇ ਰਹੇ ਹਨ। ਫਿਰ ਪੜ੍ਹ ਦਿਓ ਪੰਕਤੀਆਂ। ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿਗ ਬਾਣੀ, ਕਹੈ ਨਾਨਕ ਸਦਾ ਗਾਵਹੁ
ਇਹ ਸੱਚੀ ਬਾਣੀ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਇਹ ਗੁਰਮੁਖ ਜਨੋ, ਜੇ ਸੁਖ ਕਲਿਆਣਾ ਚਾਹੁੰਦੇ ਆ, ਇਹ ਸਦਾ ਵਾਸਤੇ ਇਹ ਨਹੀਂ, ਹਮੇਸ਼ਾ ਸੱਚੇ ਦੀ ਬਾਣੀ ਗਾਓ, ਵਿਚਾਰੋ, ਪੜ੍ਹੋ। ਇਹਦੇ ਦੁਆਰਾ ਆਪਣੇ ਜੀਵਨ ਨੂੰ ਸੁਧਾਰੋ। ਤੁਹਾਡਾ ਇਹ ਲੋਕ ਵੀ ਪਰਲੋਕ ਵੀ ਸੁਧਰ ਜਾਏਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਈ ਸੰਗਤ ਨੂੰ ਜੀ ਆਇਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮਦਾਨ ਸਿੱਖੀ ਦਾਨ ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ ਵੀ ਭਾਈ ਧੰਨਵਾਦ ਹੈ। ਗੁਰੂ ਮਹਾਰਾਜ ਮਿਹਰ ਕਰਨ, ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।